ਕਰੈਕਟਰ ਜਿਹੜਾ ਸਿੱਖ ਦਾ ਵਿਖਾਇਆ ਜਾਂਦਾ, ਉਹਦੇ ਬਾਰੇ 'ਚ ਵੀ ਆਪਾਂ ਥੋੜ੍ਹੀ ਜਿਹੀ ਗੱਲ ਕਰਨੀ ਆ। ਕਾਫੀ ਗੰਭੀਰ ਮੁੱਦਾ ਮੇਰੇ ਲਈ, ਹੋ ਸਕਦਾ ਕਿਸੇ ਲਈ ਇਹ ਨਾ ਹੋਵੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਆ ਜਸਵੰਤ ਸਿੰਘ ਸ਼ਾਦ। ਅੱਜ ਕਾਫੀ ਲੇਟ ਲਾਈਵ ਕਰਨ ਲੱਗਿਆ, ਮੈਂ ਸਮਾਂ ਹੀ ਹੁਣ ਮਿਲਿਆ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀਗੀਆਂ, ਤੇ ਉਹਨਾਂ ਦੇ ਵਿੱਚੋਂ ਇੱਕ ਬੜਾ ਜ਼ਰੂਰੀ ਜਿਹੜਾ ਮੈਨੂੰ ਮੁੱਦਾ ਲੱਗਿਆ, ਉਹਦੇ ਉੱਤੇ ਤੁਹਾਡੇ ਨਾਲ ਗੱਲ ਕਰਾਂਗਾ। ਤੇ ਨਾਲ ਦੀ ਨਾਲ ਮੈਂ ਟੈਗ ਕਰ ਰਿਹਾ ਕੁਝ ਦੋਸਤਾਂ ਨੂੰ, ਤਾਂ ਕਿ ਉਹ ਵੀ ਸਾਡੇ ਨਾਲ ਜੁੜ ਸਕਣ। ਤੇ ਦੋਸਤੋ, ਗੱਲ ਇਹ ਆ ਕਿ ਜਿੱਥੋਂ ਤੱਕ ਹਿੰਦੀ ਫਿਲਮਾਂ ਦਾ ਸੰਬੰਧ ਹੈ, ਜਿਹਨੂੰ ਬਾਲੀਵੁੱਡ ਕਿਹਾ ਜਾਂਦਾ ਹੈ, ਉਹਨਾਂ ਦੇ ਵਿੱਚ ਤਕਰੀਬਨ ਜਿੰਨੀਆਂ ਕੁ ਵੀ ਹੁਣ ਤੱਕ ਫਿਲਮਾਂ ਬਣੀਆਂ ਜਿਹਦੇ ਵਿੱਚ ਸਿੱਖ ਕਿਰਦਾਰ ਦਿਖਾਇਆ ਗਿਆ, ਤੇ ਉਹਦੇ ਵਿੱਚ ਉਹਨਾਂ ਨੇ ਸਿੱਖ ਕਿਰਦਾਰ ਦੇ ਨਾਲ ਸ਼ਾਇਦ ਹੀ ਕਿਸੇ ਕਰੈਕਟਰ ਦੇ ਨਾਲ ਇਨਸਾਫ ਕੀਤਾ ਹੋਵੇ। ਤੇ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨ ਜਾ ਰਿਹਾ ਉਹ ਇਸ ਤੋਂ ਵੀ ਅੱਗੇ ਆ। ਜਿੱਥੋਂ ਤੱਕ ਕਰੈਕਟਰ ਦਾ ਸੰਬੰਧ ਹੈ ਕਿ ਕਿਸ ਤਰ੍ਹਾਂ ਦਾ ਕਰੈਕਟਰ ਜਿਹੜਾ ਸਿੱਖ ਦਾ ਵਿਖਾਇਆ ਜਾਂਦਾ, ਉਹਦੇ ਬਾਰੇ 'ਚ ਵੀ ਆਪਾਂ ਥੋੜ੍ਹੀ ਜਿਹੀ ਗੱਲ ਕਰਨੀ ਆ। ਕਾਫੀ ਗੰਭੀਰ ਮੁੱਦਾ ਮੇਰੇ ਲਈ, ਹੋ ਸਕਦਾ ਕਿਸੇ ਲਈ ਇਹ ਨਾ ਹੋਵੇ। ਇੱਕ ਮਿੰਟ, ਮੈਂ ਜਿਵੇਂ ਆਖਿਆ ਕਿ ਮੈਂ ਥੋੜ੍ਹਾ ਜਿਹਾ ਟੈਗ ਕਰ ਰਿਹਾ ਕੁਝ ਦੋਸਤਾਂ ਨੂੰ, ਇਨਵਾਈਟ ਕਰ ਰਹੇ ਹਾਂ ਜੇ ਉਹ ਆ ਸਕਦੇ ਹੋਣ। ਤੇ ਮੁੱਦਾ ਜਿਹੜਾ ਉਹ ਪੰਜਾਬੀ, ਮਾਫ ਕਰਨਾ, ਹਿੰਦੀ ਫਿਲਮਾਂ ਦੇ ਨਾਲ ਸੰਬੰਧਿਤ ਹੈ। ਪੰਜਾਬੀ ਫਿਲਮਾਂ ਜੋ ਚੰਨ ਚਾੜ ਰਹੀਆਂ ਉਹ ਸਾਨੂੰ ਪਤਾ ਹੀ ਹੈ। ਤੇ ਹਿੰਦੀ ਫਿਲਮਾਂ ਦਾ ਬਹੁਤ ਪੁਰਾਣਾ ਇਹ ਇੱਕ ਤੁਸੀਂ ਕਹਿ ਲਓ ਕਿ ਇਤਿਹਾਸ ਹੈ ਕਿ ਜਦੋਂ ਵੀ ਉਹਨਾਂ ਨੇ ਸਿੱਖ ਕਰੈਕਟਰ ਦਿਖਾਉਣਾ ਤਾਂ ਉਹਦੇ ਵਿੱਚ ਸਿੱਖ ਕਰੈਕਟਰ ਦਾ ਮਜ਼ਾਕ ਉਡਾਇਆ ਹੁੰਦਾ, ਖਿੱਲੀ ਉਡਾਈ ਹੁੰਦੀ ਹੈ ਜਦੋਂ ਆਪਾਂ ਕਹਿੰਦੇ ਹਾਂ। ਤੇ ਉਸ ਤੋਂ ਵੀ ਹੁਣ ਅੱਗੇ ਜਾ ਕੇ ਇਹਨਾਂ ਨੇ ਜਿਹੜੀ ਕਰਤੂਤ ਕੀਤੀ ਆ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਕਿ ਹੋ ਕੀ ਰਿਹਾ। ਪਹਿਲਾਂ ਇਹ ਹੁੰਦਾ ਸੀ ਕਿ ਸਿੱਖ ਕਿਰਦਾਰ ਦਿਖਾਇਆ ਗਿਆ, ਉਹ ਇੱਕ ਜੋਕਰ ਟਾਈਪ ਆਇਆ, ਜਾਂ ਉਹ ਮਜ਼ਾਕ ਦਾ ਪਾਤਰ ਆਇਆ, ਜਾਂ ਕੋਈ ਬਹੁਤ ਵਧੀਆ ਉਹ ਜਿਹੜਾ ਹੈਗਾ ਪਾਤਰ ਆ, ਉਹਦਾ ਮਤਲਬ ਕੋਈ ਵੱਡਾ ਰੋਲ ਨਹੀਂ ਹੁੰਦਾ ਫਿਲਮ ਦੇ ਵਿੱਚ, ਸਿਰਫ ਉਹ ਇੱਕ ਜੋਕਰ ਦੀ ਤਰ੍ਹਾਂ ਹੁੰਦਾ ਤੇ ਉਹ ਮਜ਼ਾਕ ਕਰਦਾ, ਲੋਕਾਂ ਨੂੰ ਹਸਾਉਂਦਾ ਹੈ, ਜਾਂ ਬੇਹੁਦਾ ਟਿੱਪਣੀਆਂ ਕਰਦਾ। ਪਰ ਇਸ ਤੋਂ ਵੀ ਹੁਣ ਕੰਮ ਜਿਹੜਾ ਆ ਉਹ ਅੱਗੇ ਲੰਘ ਗਿਆ। ਤੁਸੀਂ ਜੇਕਰ ਦੇਖ ਰਹੇ ਹੋਵੋ, ਖਾਸ ਤੌਰ ਤੇ IPTV ਬਾਕਸ ਜਿਹੜੇ ਆਏ ਹੋਏ ਆ, ਉਹਦੇ ਉੱਤੇ ਜਿਹੜੀ ਅੱਜ ਕੱਲ ਬਹੁਤ ਕੁਝ ਮਿਲ ਰਿਹਾ ਸਾਨੂੰ, ਅਵੇਲੇਬਲ ਆ, ਉਪਲਬਧ ਹੈ। ਤੇ ਜਦੋਂ ਤੁਸੀਂ ਕੋਈ ਫਿਲਮ ਦੇਖਦੇ ਹੋ, TV ਸੀਰੀਅਲ ਦੇਖਦੇ ਹੋ, ਜਾਂ ਤੁਸੀਂ ਕੋਈ ਕਿਤੇ ਵੀ ਐਪੀਸੋਡ ਕੋਈ ਆਉਂਦਾ ਤੁਸੀਂ ਦੇਖਦੇ ਹੋ, ਤੇ ਤੁਹਾਨੂੰ ਮਤਲਬ ਮਹਿਸੂਸ ਹੁੰਦਾ ਹੈ ਕਿ ਇਹ ਸਾਡੇ ਨਾਲ ਕੀ ਖਿਲਵਾੜ ਕਰ ਰਿਹਾ। ਪਤਾ ਨਹੀਂ ਇਹ ਸਾਜ਼ਿਸ਼ ਹੈ, ਜਾਂ ਟ੍ਰੈਂਡ ਹੈ, ਜਾਂ ਮੰਡੀ ਦੀ ਮੰਗ ਹੈ, ਪਤਾ ਨਹੀਂ ਕੀ ਆ। ਇਹ ਹੁਣ ਤੁਸੀਂ ਵੀ ਸਮਝਣਾ ਥੋੜਾ ਜਿਹਾ। ਮੈਂ ਇਹਨੂੰ ਲੇਬਲ ਨਹੀਂ ਲਾਉਂਦਾ, ਮੈਂ ਇਹਨੂੰ ਲੇਬਲ ਨਹੀਂ ਕਰਦਾ ਵੀ ਇਹ ਸਾਜ਼ਿਸ਼ ਹੈ। ਹੋ ਸਕਦਾ ਮੰਡੀ ਦੀ ਮੰਗ ਹੋਵੇ, ਕਿਉਂਕਿ ਜੋ ਵਿਕਦਾ ਹੈ ਉਹਦੇ ਤੇ ਹੀ ਤਕਰੀਬਨ ਫਿਲਮਾਂ ਬਣਦੀਆਂ ਰਹੀਆਂ ਹੁਣ ਤੱਕ। ਜਿੰਨੀਆਂ ਵੀ ਫਿਲਮਾਂ ਬਣੀਆਂ ਨੇ, ਤੁਹਾਨੂੰ ਪਤਾ ਜਿਹੜਾ ਟ੍ਰੈਂਡ ਚੱਲਦਾ ਉਹਦੇ ਉੱਤੇ ਫਿਲਮਾਂ ਬਣਦੀਆਂ। ਜੇ ਡਾਕੂਆਂ ਦੀ ਫਿਲਮ ਆ ਗਈਆਂ ਤਾਂ ਪੁਰਾਣੇ ਜ਼ਮਾਨੇ ਵਿੱਚ, ਅੱਜ ਤੋਂ 30 ਸਾਲ ਪਹਿਲਾਂ ਡਾਕੂਆਂ ਦੀਆਂ ਫਿਲਮਾਂ ਬਣਦੀਆਂ ਹੋਈਆਂ ਸੀ। ਤੇ ਜੇ ਗੈਂਗਸਟਰਾਂ ਤੇ ਆ ਗਈਆਂ, ਉਹ ਮੋਨਾ ਡਾਰਲਿੰਗ ਵਾਲੀ ਆ ਗਈ, ਅਜੀਤ ਵਾਲੀ, ਪਈ ਹੀਰੇ ਸਮਗਲ ਕਰਨੇ, ਤਾਂ ਹੀਰੇ ਸਮਗਲ ਕਰਨ ਦੇ ਉੱਤੇ ਕਾਫੀ ਸਾਰੀਆਂ ਫਿਲਮਾਂ ਬਣ ਗਈਆਂ। ਤੇ ਜੇਕਰ ਉਹ ਇੱਕ ਮਹਾਰਾਜਾ ਰਜਵਾੜਾ ਟਾਈਪ ਦੀਆਂ ਗੱਲਾਂ ਹੁੰਦੀਆਂ ਸੀਗੀਆਂ, ਧਰਮਿੰਦਰ ਤੇ ਜਤਿੰਦਰ ਦੀ ਫਿਲਮ ਸੀਗੀ, ਤੇ ਉਸ ਤੋਂ ਬਾਅਦ ਅਮਰ ਸ਼ਕਤੀ ਆ ਗਈ। ਸੋ ਬਹੁਤ ਕੁਝ ਜਿਹੜਾ ਹੈਗਾ, ਉਹ ਕਹਿਣ ਦਾ ਭਾਵ ਹੈ ਕਿ ਟ੍ਰੈਂਡ ਜਿਹੜਾ ਆ ਉਹ ਚੱਲਦਾ ਆ, ਉਹ ਫੋਲੋ ਕੀਤਾ ਜਾਂਦਾ ਹੈ। ਇਹਦੇ ਵਿੱਚ ਪਿਛਲੇ ਖਾਸ ਤੌਰ ਤੇ 2-2.5 ਦਹਾਕਿਆਂ ਤੋਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਮੈਂ ਮਹਿਸੂਸ ਕਰਦਾ। ਹੋ ਸਕਦਾ ਤੁਸੀਂ ਵੀ ਕਰਦੇ ਹੋ। ਦੂਸਰੀ ਗੱਲ ਇਹ ਆ ਕਿ ਹਿੰਦੀ ਫਿਲਮ ਇੰਡਸਟਰੀ ਵਾਲਿਆਂ ਨੂੰ ਪਤਾ ਹੈ ਕਿ ਜਦੋਂ ਕਿਸੇ ਵੀ ਫਿਲਮ ਦੇ ਵਿੱਚ ਸਿੱਖ ਕਿਰਦਾਰ ਦੇ ਉੱਤੇ ਕੰਟਰੋਵਰਸੀ ਹੁੰਦੀ ਹੈ, ਤੇ ਉਸ ਜਦੋਂ ਕੰਟਰੋਵਰਸੀ ਹੁੰਦੀ ਹੈ ਨਾ, ਤਾਂ ਉਦੋਂ
ਉਹ ਫਿਲਮ ਜ਼ਿਆਦਾ ਚੱਲਦੀ ਆ, ਲੋਕ ਜ਼ਿਆਦਾ ਦੇਖਦੇ ਆ। ਮੇਰੇ ਵਰਗੇ ਦੇਖਦੇ ਆ ਵੀ ਫਿਲਮ ਦੇ ਵਿੱਚ ਇਹੋ ਜਿਹਾ ਕੀ ਸੀਗਾ ਕਿ ਕੰਟਰੋਵਰਸੀ ਹੋਈ ਆ ਤੇ ਕਿਉਂ ਮਤਲਬ ਇਸ ਫਿਲਮ ਦੇ ਵਿੱਚ ਜਿਹੜਾ ਇਹ ਪੁਆੜਾ ਪਿਆ ਆ। ਲੋਕ ਦੇਖਦੇ ਆ, ਫਿਲਮ ਹਿੱਟ ਹੁੰਦੀ ਆ, ਤਾਂ ਮੈਨੂੰ ਲੱਗਦਾ ਕਿ ਇਹ ਇੱਕ ਸ਼ਗੂਫਾ ਬਣ ਗਿਆ ਕਿ ਜੇਕਰ ਤੁਸੀਂ ਫਿਲਮ ਹਿੱਟ ਕਰਨੀ ਆ, ਉਹਦੇ 'ਚ ਕੁਛ ਨਹੀਂਗਾ, ਤਾਂ ਉਹਦੇ 'ਚ ਇੱਕ ਪੰਜਾਬੀ ਫੈਮਿਲੀ ਦਿਖਾ ਦਿਓ। ਪੰਜਾਬੀ ਫੈਮਿਲੀ ਤੁਸੀਂ ਦਿਖਾਤੀ ਤਾਂ ਪਹਿਲੀ ਗੱਲ ਤਾਂ ਉਹ ਆ ਕਿ ਚਾਹੇ ਉਹ ਦਲਜੀਤ ਦੋਸਾਂਝ ਆ, ਕਿਸੇ ਹਿੰਦੀ ਫਿਲਮ 'ਚ ਆਇਆ, ਸਿਰ ਤੇ ਪੱਗ ਬੰਨੀ ਆ ਮੇਰੇ ਵਾਂਗੂ, ਦਾੜੀ ਕੱਟੀ ਆ, ਪਰ ਹੱਥ ਉੱਤੇ ਨਵਜੋਤ ਸਿੱਧੂ ਵਾਂਗੂ 25-26 ਆਪਣੀਆਂ ਜਿਹੜੀਆਂ ਤਵੀਤ ਤੇ ਹੋਰ ਧਾਗੇ ਮੌਲੀਆਂ ਬੰਨੀਆਂ ਹੋਈਆਂ। ਇਸ ਤਰ੍ਹਾਂ ਦਾ ਮਿਲਗੋਭਾ ਜਿਹੜਾ ਕਲਚਰ ਦਿਖਾਉਂਦੇ ਆ ਉਸ ਨੂੰ ਉਹ ਕੈਸ਼ ਕਰਦੇ ਆ। ਸੋ ਕੁੱਲ ਮਿਲਾ ਕੇ ਉਹੀ ਗੱਲ ਜਿਹੜੀ ਚੱਲਦੀ ਆ ਵੀ ਸਿੱਖਾਂ ਨੂੰ ਸਿੱਖ ਨਾ ਦਿਖਾ ਕੇ ਜੋਕਰ ਦਿਖਾਓ, ਜਾਂ ਇਹਨਾਂ ਨੂੰ ਰਲਗੜ ਜਾਂ ਇਹਨਾਂ ਦਾ ਕਲਚਰ ਜਿਹੜਾ ਕਰ ਦਿਓ। ਖੈਰ, ਜਿਹੜੀ ਮੈਂ ਗੱਲ ਥੋੜਾ ਕਰਨ ਜਾ ਰਿਹਾ ਹਾਂ, ਅਸਲ 'ਚ ਮੈਂ ਸ਼ੁਰੂ ਕਰਨ ਲੱਗਾ ਗੱਲ ਉਹ ਇਹ ਹੈ ਕਿ ਅੱਜ ਕੱਲ ਬਹੁਤ ਕੁਝ ਸਿਨੇਮਾ ਤੋਂ ਇਲਾਵਾ ਬੜਾ ਕੁਝ ਆ ਗਿਆ। ਬੜਾ ਕੁਝ ਤੋਂ ਭਾਵ ਕਿ ਤੁਸੀਂ ਜਿਹੜਾ ਜਿਹੜੀਆਂ ਐਪਲੀਕੇਸ਼ਨਸ ਆਈਆਂ ਨੇ ਫੋਨ ਦੇ ਉੱਤੇ ਆ, ਚਾਹੇ ਉਹ ਟੀਵੀ ਦੇ ਉੱਤੇ ਆ, ਕਿਤੇ ਵੀ ਆ, ਤੁਸੀਂ ਉਹਦੇ ਉੱਤੇ ਫੋਨ ਦੇ ਉੱਤੇ ਜਾ ਕੇ ਐਪਲੀਕੇਸ਼ਨਸ ਪਾਉਂਦੇ ਹੋ ਤੇ ਬੜਾ ਕੁਝ ਹੈ ਜਿਹੜਾ ਤੁਸੀਂ ਦੁਨੀਆ ਭਰ ਦਾ ਉਹ ਵੇਖ ਸਕਦੇ ਹੋ। ਟੀਵੀ ਨਹੀਂ ਰਹਿ ਗਿਆ ਵੀ ਇਹ ਤੇ ਹੁਣ 26 ਚੈਨਲ ਚੱਲਦੇ ਆ, ਕਿ ਇਹਦੇ ਉੱਤੇ 40 ਚੈਨਲ ਚੱਲਦੇ ਆ, ਕਿ 80 ਚੈਨਲ ਚੱਲਦੇ ਆ। ਟੀਵੀ ਦੇ ਉੱਤੇ ਹੁਣ ਘੱਟੋ ਘੱਟ 5-7 ਹਜ਼ਾਰ ਚੈਨਲ ਚੱਲਦਾ। ਦੁਨੀਆ ਦੇ ਹਰੇਕ ਚੈਨਲ ਜਿਹੜਾ ਉਹ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਸੋ ਜਦੋਂ IPTV ਦੇ ਉੱਤੇ ਹਰੇਕ ਚੈਨਲ ਦੀ ਇਨਫੋਰਮੇਸ਼ਨ ਆਉਂਦੀ ਆ, ਫਿਲਮ ਆਉਂਦੀ ਆ, ਕੋਈ ਸੀਰੀਅਲ ਆਉਂਦਾ ਕਿਸੇ ਵੀ ਚੈਨਲ ਦਾ, ਤਾਂ ਉਹਦੇ ਵਿੱਚ ਵੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਉਹਦੇ ਵਿੱਚ ਉਹ ਜਦੋਂ ਪੰਜਾਬ ਦੀ ਗੱਲ ਕਰਦੇ ਆ ਜਾਂ ਪੰਜਾਬੀ ਕਰੈਕਟਰ ਵਿਖਾਉਂਦੇ ਆ, ਪੰਜਾਬੀ ਫੈਮਿਲੀ ਵਿਖਾਉਂਦੇ ਆ, ਤਾਂ ਉਹਦੇ ਵਿੱਚ ਦਿਖਾ ਕੀ ਰਹੇ ਆ। ਜਿਹਦੇ ਤੇ ਮੈਨੂੰ ਆਬਜੈਕਸ਼ਨ ਹੋਇਆ ਉਹ ਇਹ ਹੈ ਕਿ ਸਾਡੀਆਂ ਮਾਵਾਂ ਹੀ ਨਹੀਂ, ਸਾਡੀਆਂ ਭੈਣਾਂ ਹੀ ਨਹੀਂ, ਸਾਡੀਆਂ ਦਾਦੀਆਂ ਤੱਕ ਨੂੰ ਉਹਨਾਂ ਨੇ ਸ਼ਰਾਬ ਪੀਣ ਵਾਲੀਆਂ ਸਿੱਧ ਕਰ ਦਿੱਤਾ। ਇੱਕ ਫਿਲਮ ਆਈ ਆ, ਮੈਂ ਉਹ ਤੋਂ ਸ਼ੁਰੂ ਕਰਦਾ ਗੱਲ। ਇੱਕ ਫਿਲਮ ਆਈ ਆ ਗ੍ਰੈਂਡਸਨ ਆਫ ਸਰਦਾਰ, ਤੇ ਉਹਦਾ ਨਾਲ ਹਿੰਦੀ ਵਿੱਚ ਵੀ ਲਿਖਿਆ ਹੋਇਆ ਕਿ ਸਰਦਾਰ ਕਾ ਗ੍ਰੈਂਡਸਨ, ਕਿਉਂਕਿ ਪਹਿਲੇ ਸਨ ਆਫ ਸਰਦਾਰ ਆਈ ਸੀ, ਹੁਣ ਇਹ ਆ ਗ੍ਰੈਂਡਸਨ ਆਫ ਸਰਦਾਰ। ਤੇ ਇਹ ਜਿਹੜੀ ਫਿਲਮ ਆ, ਇਹਦੇ ਬਾਰੇ ਮੈਂ ਥੋੜਾ ਜਿਹਾ ਤਬਸਰਾ ਕਰਨਾ ਚਾਹੁੰਦਾ ਕਿ ਇਸ ਫਿਲਮ ਦੇ ਵਿੱਚ ਜੌਨ ਅਬਰਾਹਮ ਜਿਹੜਾ ਆ ਉਹ ਨੀਨਾ ਗੁਪਤਾ ਦੇ ਨਾਲ, ਨੀਨਾ ਗੁਪਤਾ ਜਿਹੜੀ ਉਹ ਬਜ਼ੁਰਗ ਦਿਖਾਈ ਆ, ਇੱਥੇ ਸਰਦਾਰ ਨਾਮ ਕਿਸੇ ਬੰਦੇ ਦਾ ਨਹੀਂਗਾ, ਸਰਦਾਰ ਨਹੀਂ ਦਿਖਾਇਆ ਕੋਈ। ਸਰਦਾਰ ਜਿਹੜਾ ਹੈ ਉਹ ਜਿਹੜੀ ਨੀਨਾ ਗੁਪਤਾ ਆ ਬਜ਼ੁਰਗ ਆ, ਉਸ ਦਾਦੀ ਦਾ ਨਾਮ ਸਰਦਾਰ ਹੈ, ਉਹਨੂੰ ਸਾਰੇ ਸਰਦਾਰ ਕਹਿੰਦੇ ਆ, ਉਹ ਸਰਦਾਰ ਵਜੋਂ ਜਾਣੀ ਜਾਂਦੀ ਆ। ਤਾਂ ਉਸ ਦਾ ਦਿਖਾਇਆ ਗਿਆ ਕਿ ਉਸ ਦਾ ਜਿਹੜਾ ਪਾਸਟ ਹੈ, ਭਾਵ ਕਿ 1947 ਤੋਂ ਪਹਿਲਾਂ ਜੋ ਕੁਝ ਹੋਇਆ, ਉਸ ਵੇਲੇ ਜੌਨ ਅਬਰਾਹਮ ਉਹਦਾ ਘਰ ਵਾਲਾ ਆ, ਉਸ ਦੀ ਨੀਨਾ ਗੁਪਤਾ ਦੀ ਜਵਾਨੀ ਵਿਖਾਈ ਹੈ, ਉਹ ਹੋਰ ਕੋਈ ਕੁੜੀ ਕਰੈਕਟਰ ਕਰ ਰਹੀ ਹੈ, ਜਿਵੇਂ ਹੁੰਦਾ ਕਿ ਨਹੀਂ ਤੁਸੀਂ ਚੇਂਜ ਕਰ ਸਕਦੇ ਮੇਕਅਪ ਦੇ ਨਾਲ। ਤਾਂ ਉਹਦੇ 'ਚ ਦਿਖਾਇਆ ਗਿਆ ਕਿ 1947 ਤੋਂ ਪਹਿਲਾਂ ਜਿਹੜਾ ਨੌਜਵਾਨ ਮੁੰਡਾ ਦਿਖਾਇਆ ਇਹਨਾਂ ਨੇ, ਅਰਜੁਨ ਕਪੂਰ ਹੀਰੋ ਆ ਜਿਹੜਾ, ਉਸ ਦੀ ਜਿਹੜੀ ਦਾਦੀ ਆ, ਜਿਹੜੀ ਕਿ ਨੀਨਾ ਗੁਪਤਾ ਆ, ਉਹ 47 ਤੋਂ ਪਹਿਲਾਂ ਆਪਣੇ ਘਰ ਵਾਲੇ ਦੇ ਨਾਲ ਸ਼ਰਾਬ ਪੀਂਦੀ ਹੈ, ਔਰ ਬ੍ਰਾਂਡਡ ਸ਼ਰਾਬ ਪੀਂਦੀ ਆ। ਮਤਲਬ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਜਾਂ ਇਹੋ ਜਿਹੇ ਜਿਹੜੇ ਵਾਕਿਆ ਨੇ, ਉਹ ਕਿੰਨੇ ਕੁ ਹੋਣਗੇ। ਤੁਸੀਂ ਜੇ ਆਪਣੇ ਪਿੰਡਾਂ ਦੇ ਵਿੱਚ, ਅਸੀਂ ਸ਼ਹਿਰਾਂ ਦੇ ਵਿੱਚ ਆਪਣੇ ਘੱਟੋ ਘੱਟ 50-70 ਮੀਲ ਦੇ ਏਰੀਏ 'ਚ ਆਪਾਂ ਨਿਗਾਹ ਮਾਰ ਲਈਏ, ਤਾਂ ਤੁਹਾਨੂੰ ਕਿੰਨੇ ਕੁ ਚਿਹਰੇ ਅਜਿਹੇ ਯਾਦ ਆਉਣਗੇ ਕਿ ਸਾਡੀਆਂ ਮਾਵਾਂ ਦੀ ਉਮਰ ਦੀਆਂ ਔਰਤਾਂ, ਸਾਡੀ ਦਾਦੀ ਦੀ ਉਮਰ ਦੀਆਂ ਜਿਹੜੀਆਂ ਔਰਤਾਂ ਨੇ, ਲੇਡੀਜ਼ ਆ, ਉਹ ਸ਼ਰਾਬ ਪੀਂਦੀਆਂ ਨੇ। ਤੇ ਯਾਦ ਕਰੋ ਵੀ ਕੀ ਇਹ ਪੰਜਾਬ ਦਾ ਕਲਚਰ ਹੈ, ਜਾਂ ਸਾਡੇ ਤੇ ਇਹ ਥੋਪਿਆ ਜਾ ਰਿਹਾ, ਜਾਂ ਕੀ ਸਾਜ਼ਿਸ਼ ਹੈ ਇਹਦੇ ਪਿੱਛੇ। ਇਸ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਜਿਹੜਾ ਇੱਕ ਮਤਲਬ ਪੋਤਾ ਹੈ ਉਸ ਨੀਨਾ ਗੁਪਤਾ ਬਣੀ, ਦਾਦੀ ਬਣੀ, ਸਰਦਾਰ ਬਣੀ ਆ, ਉਹਦਾ ਜਿਹੜਾ ਪੋਤਾ ਆ ਉਹ ਪਾਕਿਸਤਾਨ ਜਾਂਦਾ ਹੈ ਤੇ ਉਹਨੂੰ ਵੀਜ਼ਾ ਨਹੀਂ ਮਿਲਦਾ ਨੀਨਾ ਗੁਪਤਾ ਨੂੰ, ਤੇ ਉਹ ਉੱਥੋਂ ਜਿਹੜਾ ਘਰ ਆ, ਜਿਵੇਂ ਉਹ ਹੈਰੀਟੇਜ ਬਣ ਚੁੱਕੀ ਆ, ਉਹ ਨੈਸ਼ਨਲ ਜਾਂ ਇੰਟਰਨੈਸ਼ਨਲ ਹੈਰੀਟੇਜ ਬਣ ਚੁੱਕੇ ਪੁਰਾਣੇ ਘਰ ਜਿਹੜੇ ਆ, ਕੁਝ 100 ਸਾਲ ਤੋਂ ਵੱਧ ਪੁਰਾਣੇ ਘਰ ਜਿਹੜੇ ਆ, ਉਹਨਾਂ ਨੂੰ ਢਾਇਆ ਨਹੀਂ ਜਾ ਸਕਦਾ। ਸੋ ਇਸ ਤਰ੍ਹਾਂ ਦਾ ਉਹਨਾਂ ਨੇ ਮਸਾਲਾ ਜਿਹਾ ਪਾਇਆ ਫਿਲਮ ਦੇ ਵਿੱਚ। ਤਾਂ ਉਹ ਉੱਥੋਂ ਘਰ ਹੀ ਚੱਕ ਕੇ ਲਿਆਉਂਦਾ, ਤੇ ਨਾਲ ਜਦੋਂ ਉੱਥੇ ਜਾਂਦਾ ਤਾਂ ਉਸ ਇਲਾਕੇ ਦੀ ਉਹ
ਸ਼ਰਾਬ ਲੈ ਕੇ ਆਉਂਦਾ, ਸ਼ਰਾਬ ਦੀ ਬੋਤਲ ਲੈ ਕੇ ਆਉਂਦਾ। ਮਤਲਬ ਕੈਸੀ ਗੱਲ ਹੈ ਕਿ ਉਹ ਬੀਬੀ ਜਿਹੜੀ ਆ ਨੀਨਾ ਗੁਪਤਾ ਦਾਦੀ ਬਣੀ ਆ, ਜਿਹਨੂੰ ਸਰਦਾਰ ਕਿਹਾ ਜਾਂਦਾ ਹੈ, ਉਹ ਪਛਾਣ ਲੈਂਦੀ ਆ ਕਿ ਇਹ ਉਹੀ ਬ੍ਰਾਂਡ ਹੈ। ਇੱਥੋਂ ਤੱਕ ਮਤਲਬ ਇਹ ਕੋਝਾ ਮਜ਼ਾਕ ਕੀਤਾ ਗਿਆ ਕਿ ਜਿਹੜੀ ਸਾਡੀ ਦਾਦੀ ਦੀ ਜਿਹੜੀ ਉਮਰ ਦੀ ਔਰਤ ਹੈ, ਉਹ 1947 ਤੋਂ ਪਹਿਲਾਂ ਜਿਹੜੀ ਸ਼ਰਾਬ ਪੀਂਦੀ ਸੀਗੀ, ਉਹਨੂੰ ਉਹਦੀ ਸਮੈਲ ਵੀ ਯਾਦ ਹੈ, ਉਹਨੂੰ ਦਾ ਫਲੇਵਰ ਵੀ ਯਾਦ ਹੈ। ਸੋ ਇਹੋ ਜਿਹੇ ਕੋਝੇ ਜਿਹੜੇ ਮਜ਼ਾਕ ਆ ਉਹ ਫਿਲਮਾਂ ਦੇ ਵਿੱਚ ਹੋ ਰਹੇ ਆ। ਤੇ ਅੱਜ ਦੀ ਤਰੀਕ ਵਿੱਚ ਜੇਕਰ ਔਰਤਾਂ ਮਾਡਰਨਿਜ਼ਮ ਦੇ ਨਾਂ ਦੇ ਉੱਤੇ ਜੇਕਰ ਸ਼ਰਾਬ ਪੀਂਦੀਆਂ ਜਾਂ ਐਡਵਾਂਸ ਹੋਣ ਦੇ ਨਾਂ ਦੇ ਉੱਤੇ ਸ਼ਰਾਬ ਪੀਣੀਆਂ ਵਿਦੇਸ਼ਾਂ ਦੇ ਵਿੱਚ, ਤਾਂ ਇਦਾਂ ਦੀਆਂ ਘਟਨਾਵਾਂ, ਇਦਾਂ ਦੇ ਕੋਈ ਵਾਕਿਆ ਹੋ ਸਕਦੇ ਆ, ਪ੍ਰੂਫ ਮਿਲ ਸਕਦੇ ਆ। ਪਰ ਇਹ ਕਹਿਣਾ ਕਿ ਸਾਡੀਆਂ ਔਰਤਾਂ 30 40 ਸਾਲ 50 70 ਸਾਲ 80 ਸਾਲ ਪਹਿਲਾਂ ਸ਼ਰਾਬ ਪੀਂਦੀਆਂ ਸੀਗੀਆਂ ਤੇ ਉਹ ਸਾਡੇ ਮਰਦਾਂ ਨਾਲ ਬੈਠ ਕੇ ਸ਼ਰਾਬ ਪੀਂਦੀਆਂ ਸੀਗੀਆਂ, ਇਹ ਗੱਲ ਜਿਹੜੀ ਉਹ ਪਚਣ ਵਾਲੀ ਨਹੀਂ। ਤੁਸੀਂ ਕੀ ਸੋਚਦੇ ਹੋ ਵੀ ਇਹ ਸਾਜ਼ਿਸ਼ ਹੈ ਜਾਂ ਇਹ ਇੱਕ ਵੈਸੇ ਟ੍ਰੈਂਡ ਹੈ ਕਿ ਟ੍ਰੈਂਡ ਚੱਲ ਰਿਹਾ ਕਿ ਪੰਜਾਬੀਆਂ ਨੂੰ ਸ਼ਰਾਬੀ ਵਿਖਾਓ? ਇਸ ਤਰ੍ਹਾਂ ਦੀਆਂ ਕਈ ਫਿਲਮਾਂ ਆਈਆਂ। ਇੱਕ ਹੋਰ ਫਿਲਮ ਹੈ, ਮੈਨੂੰ ਉਹਦਾ ਨਾਂ ਨਹੀਂ ਯਾਦ, ਮੈਂ 2 ਹਫ਼ਤੇ ਪਹਿਲਾਂ ਉਹ ਵੇਖ ਰਿਹਾ ਸੀਗਾ ਪਰ ਮੇਰੇ ਕੋਲ ਦੇਖੀ ਨਹੀਂ ਗਈ ਕਿਉਂਕਿ ਨਕੰਮੀ ਫਿਲਮ ਸੀ। ਉਹਦੇ ਵਿੱਚ ਨਿਰਮਲ ਰਿਸ਼ੀ ਜਿਹੜੀ ਪੰਜਾਬੀ ਫਿਲਮਾਂ ਦੇ ਵਿੱਚ ਅੱਜ ਕੱਲ੍ਹ ਦਾਦੀ ਬਣਦੀ ਆ ਤੇ ਬਹੁਤ ਵਧੀਆ ਐਕਟਰੈਸ ਆ, ਉਹ ਥੀਏਟਰ ਦੀ ਐਕਟਰੈਸ ਰਹੀ ਆ। ਫਿਰ ਉਸਨੇ ਬੜਾ ਅੱਜ ਕੱਲ੍ਹ ਜਦੋਂ ਦਾਦੀ ਦਾ ਜਾਂ ਮਾਂ ਦਾ ਰੋਲ ਆਉਂਦਾ, ਬਜ਼ੁਰਗ ਮਾਂ ਦਾ, ਤਾਂ ਨਿਰਮਲ ਰਿਸ਼ੀ ਨੂੰ ਲਿਆ ਜਾਂਦਾ। ਤਾਂ ਉਹ ਹਿੰਦੀ ਫਿਲਮ ਦੇ ਵਿੱਚ ਨਜ਼ਰ ਆਉਂਦੀ ਆ, ਤਾਂ ਉਹਦੇ ਵਿੱਚ ਉਹ ਬੈਠੀ ਸੋਫੇ ਦੇ ਉੱਤੇ, ਆਪਣੀ ਉਹ ਚੇਅਰ ਦੇ ਉੱਤੇ ਬੈਠੀ ਪੈਗ ਲਾ ਰਹੀ ਆ। ਸੋ ਨਿਰਮਲ ਰਿਸ਼ੀ ਨੂੰ ਐਜ਼ ਏ ਪੰਜਾਬੀ ਦਾਦੀ ਉਹਨਾਂ ਨੇ ਪੈਗ ਫੜਾਤਾ, ਉਹ ਪੈਗ ਲਾ ਰਹੀ ਆ। ਹੋ ਸਕਦਾ ਉਹਨੂੰ ਇਹ ਤੇ ਇਤਰਾਜ਼ ਨਾ ਹੋਵੇ, तो कलाकार कहता जी कलाकारी के नाम हेठ मैं की कर सकता। सो कलाकारी के नाम उत्ते बड़ा कुछ हो रहा है, इस आर्ट के नाम उत्ते बड़ा कुछ हो रहा जिहड़ा सानू वाचना पैना। हुण पहली गल तां इह है कि यह किहदा मुद्दा है। मैनूं लगदा कि मेरा मुद्दा, मैं पंजाबी हाँ, मैं सिख फैमिली चों हाँ, ये मेरा मुद्दा है, साडे कल्चर का मुद्दा है, विरसे का मुद्दा है। ये विरसे का मसला मखौल का नहीं गा। तो जे तुसीं हर एक चीज़ नूं यही कहना भी छड्डो यार असीं की लैणा, फिर मसला होर आ। जे तुसीं अपने विरसे नूं बचाउणा है, जे तुसीं अपनी पहचान नूं बचाउणा है, जे तुसीं साडीआं जिहड़ियां विरसे दीआं महान परंपरावां नूं बचाउणा है, तां इह गल जिहड़ी आ कि साडीआं औरतां जिन्हां ने एडे एडे योधियां नूं जन्म दिता कि अबदाली वर्गे मतलब भज गए पूछ दबा के, ते उन्हां मावां नूं याद करन दी बजाए जे इहो इन्हां ने सिद्ध करना है कि 100 साल पहलां जां 80 साल पहलां जां 70 साल पहलां साडीआं दादियां शराब पींदियां सीगीआं ते उन्हां नूं उहदा शराब दा फ्लेवर याद है। हाले उहदा पोता जाके पाकिस्तान तो वो फ्लेवर लैके आउंदा। कुछ सज्जण होर नाल हुण जुड़ रहे आ, मैं उन्हां नूं जिक्र करदिआं दसदिआं कि गल कर रहे हैं कि अजकल जिहड़ियां हिंदी फिल्मां आ रहीआं जां टीवी सीरीयल्स आ रहे ने जिहड़े कि तुसीं नैटफ्लिक्स ते आ, चाहे वो एमेजोन दे उत्ते आ जां स्लिंग दे उत्ते आ जां जी टीवी दे उत्ते आ, उन्हां नूं तुसीं जदों वाच करदे हो तां उहदे विच एक बड़ा भद्दा किस्म का ट्रेंड चलाया गया, बड़ा खतरनाक किस्म का ट्रेंड है कि उहदे विच पंजाबी जितों तक सिखां दे शराब पीण दा जां पंजाबियां दे शराब पीण दा जां शराबी होण दा संबंध है, मैं उहनूं जस्टिफाई नहीं कर सकता किसी भी तरीके, क्योंकि पंजाब दे विच अज जिहड़ा सब तो वड्डा जिहड़ा इनकम दा सोर्स है पंजाब दे विच वो गौरमेंट दा ओह शराब है, एक्साइज ड्यूटी जिहड़ी है, मैं उन्हें जस्टिफाई नहीं कर सकता किसी भी तरीके, चाह के भी नहीं कर सकता। पर जिहड़ी गल मैं मुद्दा उठा रहा वो ये है कि साडियां मावां ही नहीं, साडियां दादी तो भी वध उम्र दी जिहड़ियां साडियां औरतां ने उन्हां नूं 70-80 साल पहला शराब पींदियां दिखाया गया। इस तो मैं थोड़ा जिहा अगे चलां, एक होर फिल्म है उहदे विच पंजाबी फैमिली दिखाई है। हुंदा की है कि पंजाबी दर्शक जिहड़ा आ वो बहुत ज़्यादा दुनिया दे विच वसिया होया, पंजाबी पाकिस्तानी पंजाबी भी है, वो उर्दू भी समझते हैं, हिंदी भी समझते, पंजाबी भी समझते। तां साडे पंजाब जिहड़ा पूर्वी पंजाब आ इहदे नालों ज़्यादा पंजाबी पश्चिमी पंजाब दे विच पंजाबी बोलदे आ। तां जदों पंजाबी दिखाउणा चाहुंदे आ, पंजाबी बोलदे दिखाउणा चाहुंदे आ, तां एक इह ट्रेंड सैट करता इन्हां ने कि दिल्ली दे विच पंजाबी बहुत वसे होए आ, सो दिल्ली वालिਆਂ ਨੂੰ भी जोड़ लो, बाकी दे पंजाबी नाल जुड़ गए, पंजाब वाले तां खुश हो ही जांदे आ।
ਦਿੱਲੀ ਦੇ ਵਿੱਚ ਇੱਕ ਥੋੜੀ ਜਿਹੀ ਐਡਵਾਂਸ ਫੈਮਿਲੀ, ਐਡਵਾਂਸ ਕਿਹਨੂੰ ਕਹਿੰਦੇ ਆ, ਜਿਹਨੂੰ 4 ਜਮਾਤਾਂ ਜਿਹਨੇ ਕਾਲਜ ਦੀਆਂ ਪੜ੍ਹੀਆਂ ਹੋਈਆਂ, ਉਹ ਫੈਮਿਲੀ ਦਿਖਾ ਦਿਓ। ਉਹਦੇ ਵਿੱਚ ਬੰਦਾ ਥੋੜਾ ਜਿਹਾ ਸਮੇਂ ਦਾ ਧੱਕਿਆ ਹੋਇਆ, ਪਿਓ ਸਵੇਰੇ ਕੰਮ ਤੇ ਗਿਆ, ਸ਼ਾਮੀ ਘਰ ਆ ਕੇ ਪੈਗ ਲਾਇਆ, ਨਾਲ ਜਨਾਨੀ ਨੇ ਵੀ ਪੈਗ ਲਾ ਲਿਆ, ਤੇ ਉਹ ਜਨਾਨੀ ਕਹਿੰਦੀ ਮੈਂ ਪੈਗ ਤਾਂ ਲਾਉਣੀ, ਮੈਂ ਪੰਜਾਬਣ। ਹੁਣ ਤੁਸੀਂ ਦੱਸੋ ਵੀ ਤੁਸੀਂ ਕਿੰਨੀਆਂ ਕੁ ਪੰਜਾਬਣਾਂ ਨੂੰ ਤੁਸੀਂ ਸ਼ਰਾਬ ਪੀਂਦੇ ਆ, ਜਿਹੜੀਆਂ 40-50 ਸਾਲ ਤੋਂ ਉੱਤੇ ਉਮਰ ਦੀਆਂ ਜਿਹੜੀਆਂ ਔਰਤਾਂ ਨੇ, ਕਿੰਨੀਆਂ ਕੁ ਪੰਜਾਬਣਾਂ ਨੇ ਜਿਹੜੀਆਂ ਸ਼ਰਾਬ ਪੀਂਦੀਆਂ, ਤੇ 70-80 ਸਾਲ ਤੋਂ ਉੱਤੇ ਕਿੰਨੀਆਂ ਕੁ ਔਰਤਾਂ, ਬਜ਼ੁਰਗ ਦਾਦੀਆਂ ਨੇ ਸਾਡੀਆਂ, ਦਾਦੀ ਦੀ ਉਮਰ ਦੀਆਂ ਕਿੰਨੀਆਂ ਕੁ ਨੇ ਜਿਹੜੀਆਂ ਸ਼ਰਾਬ ਪੀਂਦੀਆਂ ਸੀਗੀਆਂ ਤੇ ਹੁਣ ਵੀ ਪੀਂਦੀਆਂ। ਸੋ ਇਹ ਜਿਹੜਾ ਗਲਤ ਇਹਨਾਂ ਟ੍ਰੈਂਡ ਚਲਾਇਆ। ਸੋ ਉਸ ਫਿਲਮ ਦੇ ਵਿੱਚ ਉਸ ਔਰਤ ਦਾ ਦਿੱਲੀ ਦੀ ਫੈਮਿਲੀ ਆ, ਬਹੁਤ ਸਾਰੀਆਂ ਫਿਲਮਾਂ 'ਚ ਆ ਰਿਹਾ ਕਿ ਪੰਜਾਬੀ ਫੈਮਿਲੀ ਆ, ਦਿੱਲੀ ਬੇਸਡ ਆ, ਬੱਚੇ ਪੜ੍ਹੇ ਲਿਖੇ ਆ, ਜੌਬ ਕਰ ਰਹੇ ਆ, ਸਵੇਰੇ ਕੰਮ ਤੇ ਜਾਂਦੇ, ਸ਼ਾਮ ਨੂੰ ਘਰੇ ਆ ਕੇ ਪੈਗ ਲਾਉਂਦੇ ਆ, ਤੇ ਜਨਾਨੀਆਂ ਵੀ ਨਾਲ ਪੈਗ ਲਾਉਂਦੀਆਂ। ਸੋ ਇੱਕ ਸੀਨ ਦਿਖਾਇਆ ਉਸ ਔਰਤ ਦਾ, ਜਿਹਦੀ ਮੈਂ ਗੱਲ ਕਰ ਰਿਹਾ, ਫਿਲਮ ਦਾ ਨਾਮ ਮੈਨੂੰ ਯਾਦ ਨਹੀਂ, ਮੈਂ ਯਾਦ ਰੱਖਣਾ ਵੀ ਨਹੀਂ ਚਾਹੁੰਦਾ। IPTV ਬਾਕਸ ਦੇ ਉੱਤੇ ਹੈਗੀ ਫਿਲਮ ਉਹ। ਤੇ ਉਸ ਫਿਲਮ ਉਹਦੇ ਵਿੱਚ ਇਹ ਕਿ ਔਰਤ ਦਾ ਇੱਕੋ ਸੀਨ ਦਿਖਾਇਆ ਉਹਦਾ, ਉਹ ਆ ਕੇ, ਉਹਦੀ ਕੁੜੀ ਦਾ ਵਿਆਹ ਆ ਤੇ ਉਹ ਥੱਕੀ ਟੁੱਟੀ ਆ ਤੇ ਆ ਕੇ ਪੈਗ, ਵੱਡਾ ਪੈਗ ਭਰ ਕੇ ਗਲਾਸ ਉਹ ਅੰਦਰ ਸੁੱਟਦੀ ਆ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਅੱਜ ਵੀ ਸਾਡੀਆਂ ਭੈਣਾਂ, ਸਾਡੀਆਂ ਮਾਵਾਂ, ਸਾਡੀ ਦਾਦੀਆਂ ਸ਼ਰਾਬ ਪੀਂਦੀਆਂ, ਮੈਨੂੰ ਨਹੀਂ ਲੱਗਦਾ। ਤੁਹਾਨੂੰ ਕੀ ਲੱਗਦਾ? ਸੋਚ ਕੇ ਦੇਖੋ, ਜੇ ਇਹ ਗੱਲ ਗਲਤ ਹੈ ਜੋ ਦਿਖਾਇਆ ਜਾ ਰਿਹਾ, ਤਾਂ ਅਸੀਂ ਉਹਦੇ ਬਾਰੇ ਕੀ ਕਰ ਰਹੇ ਹਾਂ ਤੇ ਕੀ ਕਰ ਸਕਦੇ ਹਾਂ, ਇਹ ਸੋਚਣ ਦਾ ਵਿਸ਼ਾ ਹੈ। ਇੱਕ ਹੋਰ ਫਿਲਮ TV ਸੀਰੀਅਲ ਆਇਆ, ਬਹੁਤ ਵਧੀਆ, ਮੈਂ ਬਹੁਤ ਪਸੰਦ ਕੀਤਾ, ਕਿਉਂਕਿ ਉਹ ਏਕਤਾ ਕਪੂਰ ਵਾਲੇ ਜਿਹੜੇ ਆ, ਸਾਸ ਵੀ ਕਭੀ ਬਹੂ ਥੀ, ਦੂਜੇ ਤੀਜੇ ਘਰ ਦੀਆਂ ਵਿਵਾਹਿਕ ਜਾਂ ਵਿਵਾਹਿਕ, ਖੈਰ ਮੈਂ ਹਿੰਦੀ ਦੇ, ਜਦੋਂ ਮੈਂ ਹਿੰਦੀ ਦੀ ਗੱਲ ਕਰਦਾ ਤਾਂ ਮੈਂ ਅਗੇਂਸਟ ਜਾਨਾ ਵੀ ਇਹ ਸ਼ਬਦ ਨਹੀਂ ਗਏ, ਜਾਂ ਕਹਿ ਲਓ ਜਿਹੜੀ ਵਿਆਹੁਤਾ ਜ਼ਿੰਦਗੀ ਹੈ ਉਹਦੇ ਵਿੱਚੋਂ ਜਿਹੜੀਆਂ ਸਮੱਸਿਆਵਾਂ ਨਿਕਲਦੀਆਂ ਸੱਸ ਦੀਆਂ ਤੇ ਨੂੰਹ ਦੀਆਂ, ਉਹਨਾਂ ਦੇ ਰਿਸ਼ਤਿਆਂ ਤੋਂ ਬਾਹਰ ਕੱਢ ਕੇ ਇੱਕ ਬਹੁਤ ਅੱਛਾ ਪਾਏਦਾਰ ਜਿਹੜਾ ਇੱਕ ਸੀਰੀਅਲ ਜਿਹੜਾ ਉਹ ਤੁਹਾਨੂੰ ਵੇਖਣ ਨੂੰ ਮਿਲੂਗਾ, ਤੇ ਉਹਦਾ ਨਾਮ ਹੈ ਐਸਪੀਰੈਂਟਸ, ਚਾਹਵਾਨ ਇੱਛਕ। ਉਹਦੇ ਵਿੱਚ ਕੀ ਦਿਖਾਇਆ ਕਿ ਨੌਜਵਾਨ, ਜਿਹੜੇ ਪੜ੍ਹੇ ਲਿਖੇ ਨੌਜਵਾਨ ਆ, ਕਿਵੇਂ ਉਹ ਮਿਹਨਤ ਕਰਦੇ ਆ, ਕਿਹਨਾਂ ਹਾਲਾਤਾਂ ਚੋਂ ਗੁਜ਼ਰਦੇ ਆ, ਉਹ IAS ਦੀ ਤਿਆਰੀ ਕਰਦੇ ਆ। ਔਰ ਉਹਦਾ ਬਹੁਤ ਵੱਡਾ ਸੀਰੀਅਲ ਹੈ, 9-10 ਐਪੀਸੋਡ ਆ ਉਹਦੇ, ਤੇ ਬਹੁਤ ਵਧੀਆ ਐਪੀਸੋਡ, ਤੁਸੀਂ ਦੇਖ ਸਕਦੇ ਹੋ, ਮੈਂ ਰਿਕਮੈਂਡ ਕਰੂੰਗਾ ਕਿ ਦੇਖਿਓ। ਪਰ ਦੁੱਖ ਦੀ ਗੱਲ ਇਹ ਆ ਕਿ ਉਹਦੇ ਵਿੱਚ ਇੱਕ ਵੀ ਪੰਜਾਬੀ ਜਾਂ ਸਰਦਾਰ ਨਹੀਂ ਦਿਖਾਇਆ ਇਹਨਾਂ ਨੇ। ਕਰੈਕਟਰ ਜਿਹੜਾ ਹਰਿਆਣੇ ਦਾ ਦਿਖਾਤਾ, ਪੰਜਾਬ ਦਾ ਨਹੀਂ ਦਿਖਾਇਆ। ਜਿਹੜਾ ਹਰਿਆਣੇ ਵਾਲਾ ਆ ਉਹ ਵੀ ਸ਼ਰਾਬ ਦਾ ਸ਼ੌਕੀਨ ਆ, ਖੈਰ ਇੰਜੀਨੀਅਰ ਹੋਏ ਜਾਂ ਇਸ ਹਾਇਰ ਐਜੂਕੇਸ਼ਨ ਵਾਲੇ ਜਿਹੜੇ ਸਟੂਡੈਂਟਸ ਆ ਉਹ ਸ਼ਰਾਬ ਪੀਂਦੇ ਦਿਖਾਏ ਜਾਂਦੇ, ਜਾਂ ਇਹ ਇੱਕ ਥਾਟ ਐਸਟੈਬਲਿਸ਼ ਕਰ ਦਿੱਤਾ ਗਿਆ ਕਿ ਜਿਹੜੇ ਪੜ੍ਹੇ ਲਿਖੇ ਲੋਕ ਆ ਉਹ ਸ਼ਰਾਬ ਪੀਂਦੇ ਆ। ਉਸ ਜਿਹੜਾ ਐਸਪੀਰੈਂਟਸ, ਜਿਹੜਾ ਇਹ ਸੀਰੀਅਲ ਹੈ ਐਸਪੀਰੈਂਟਸ, ਉਹਦੇ ਵਿੱਚ ਇਹ ਦਿਖਾਇਆ ਆ ਕਿ ਉੱਥੇ ਜਿੰਨੇ ਵੀ ਨੌਜਵਾਨ ਉਸ ਏਰੀਆ ਦੇ ਵਿੱਚ ਪੜ੍ਹਨ ਆਉਂਦੇ ਆ, ਰਜਿੰਦਰ ਨਗਰ ਦਿਖਾਇਆ, ਪਤਾ ਨਹੀਂ ਕੋਈ ਦਿੱਲੀ ਦਾ ਆ ਜਾਂ ਕਾਨਪੁਰ ਦਾ ਆ ਜਾਂ ਬੰਬੇ ਦਾ, ਕਿੱਥੇ ਦਾ, ਰਜਿੰਦਰ ਨਗਰ ਹੈ। ਤਾਂ ਉਹਦੇ ਵਿੱਚ ਜਿਹੜੇ ਕਿਰਾਏ ਤੇ ਮਕਾਨ ਮੁੰਡੇ ਸਟੂਡੈਂਟਸ ਲੈ ਕੇ ਰਹਿੰਦੇ ਆ, ਉਹਦੇ ਵਿੱਚ ਇੱਕ ਸਿੱਖ ਕਰੈਕਟਰ ਦਿਖਾਇਆ। ਸਿੱਖ ਕਰੈਕਟਰ ਜਿਹੜਾ ਉਹ ਆਪਣੀ ਔਰਤ ਦੇ ਨਾਲ ਰਹਿ ਰਿਹਾ, ਕੋਈ 50-55 ਸਾਲ ਦੀ ਉਮਰ ਦਾ, ਉਹ ਸਰਦਾਰ, ਦਾੜੀ ਕੇਸ ਰੱਖੇ ਹੋਏ ਆ, ਪੱਗ ਬੰਨ੍ਹਦਾ। ਉਹ ਬੰਦਾ ਜਿਹੜਾ ਹੈ, ਉਹਦੇ 3-4 ਕਮਰੇ ਉਹਨੇ ਕਿਰਾਏ ਤੇ ਦਿੱਤੇ ਹੋਏ ਆ। ਇਹ ਕਿਰਦਾਰ ਦਿਖਾਇਆ ਸਿੱਖ ਦਾ। ਉਹ ਬੰਦਾ ਸ਼ਰਾਬ ਪੀਂਦਾ, ਨਾਲ ਆਪਣੀ ਘਰਵਾਲੀ ਦੇ ਨਾਲ ਬੈਠ ਕੇ ਸ਼ਰਾਬ ਪੀਂਦਾ, ਉਹਦੀ ਘਰਵਾਲੀ ਵੀ ਸ਼ਰਾਬ ਪੀਂਦੀ ਹੈ। ਤੇ ਉਹ ਮੁੰਡਾ ਹੈਰਾਨ ਹੋ ਕੇ ਪੁੱਛਦਾ, ਕਹਿੰਦਾ ਆਂਟੀ ਆਪ ਵੀ शराब पीते हो? कहते हाँ भाई पंजाबी है हम, क्यों नहीं पिएंगे। मतलब ये है कि पंजाबी औरतां भी शराब पीनियां। मैं पंजाब तो आया, तुसीं पंजाब नूं बिलोंग करते हैं यार, तुसीं सोच के देखो ये कौन लोग ने ਜਿਹੜੇ ਮਿਸਗਾਈਡ ਕਰ ਰਹੇ ਪੂਰੀ ਦੁਨੀਆ ਨੂੰ ਕਿ ਪੰਜਾਬੀ ਔਰਤਾਂ ਵੀ ਸ਼ਰਾਬ ਪੀਂਦੀਆਂ ਔਰ ਸ਼ਰੇਆਮ ਪੀਂਦੀਆਂ। ਅੱਜ ਕੱਲ ਦੀਆਂ ਮਾਡਰਨ ਕੁੜੀਆਂ ਜਿਹੜੀਆਂ ਆ ਉਹਨਾਂ ਦੇ ਬਾਰੇ ਚ ਮੈਂ ਕੁਝ ਨਹੀਂ ਕਹਿੰਦਾ, ਤੁਸੀਂ ਸੋਚ ਸਕਦੇ ਹੋ ਇਦਾਂ ਸ਼ਾਇਦ ਹੁੰਦਾ ਹੋਵੇ, ਸਾਨੂੰ ਨਹੀਂ ਪਤਾ। ਪਰ 40-50 ਸਾਲ ਦੀ ਔਰਤ ਜਿਹੜੀ ਹੈ, ਚਾਹੇ ਉਹ ਦਿੱਲੀ ਰਹਿੰਦੀ ਆ ਚਾਹੇ ਉਹ ਕਿਤੇ ਰਹਿੰਦੀ ਆ, ਮੈਜੋਰਟੀ ਸ਼ਰਾਬ ਨਹੀਂ ਪੀਂਦੀਆਂ। ਇਹ ਕੌਣ ਲੋਕ ਨੇ ਜਿਹੜੇ ਸਾਨੂੰ ਬਦਨਾਮ ਕਰ ਰਹੇ? ਇਹ ਕੌਣ ਲੋਕ ਆ ਜਿਹੜੇ ਸਾਡੇ ਮਹਾਨ ਵਿਰਸੇ ਨੂੰ ਕਲੰਕਿਤ ਕਰ ਰਹੇ ਆ? ਮੇਰਾ ਸਵਾਲ ਇਹ ਹੈ, ਕਿਉਂ ਕਰ ਰਹੇ ਆ? ਵੱਡਾ ਸਵਾਲ ਇਹ ਹੈ ਕਿ ਕਿਉਂ ਕਰ ਰਹੇ ਆ। ਪਹਿਲੀ ਗੱਲ ਕੌਣ ਲੋਕ ਨੇ, ਦੂਜੀ ਗੱਲ ਕਿਉਂ ਕਰ ਰਹੇ ਆ। ਹੁਣ ਜੇ ਇਹ ਗੱਲ ਅਸੀਂ ਨਹੀਂ ਸੋਚਣੀ, ਮੈਂ ਨਹੀਂ ਸੋਚਣੀ,
ਇਸ ਮਹਾਨ ਵਿਰਸੇ ਦੇ ਵਾਰਿਸ ਨੇ ਨਹੀਂ ਸੋਚਣੀ, ਕੌਣ ਸੋਚੂਗਾ? ਫਲਸਤੀਨੀ ਸੋਚਣਗੇ, ਯੁਗੰਡਾ ਵਾਲੇ ਸੋਚਣਗੇ, ਲੀਬੀਆ ਵਾਲੇ ਸੋਚਣਗੇ, ਅਸੀਂ ਸੋਚਣੀ ਹੈ। ਪਰ ਸਾਨੂੰ, ਸਾਡੀ ਨੌਜਵਾਨੀ ਨੂੰ, ਉਹਨਾਂ ਨੂੰ ਵਿਚਾਰਿਆਂ ਨੂੰ ਵੇਖ ਨਹੀਂਗਾ ਕਿਹੜੇ ਕਲਾਕਾਰ ਨੇ ਕਿਹੜੇ ਕਲਾਕਾਰ ਨੂੰ ਕੀ ਕਹਿਤਾ। ਦੇਖੋ ਆ ਜਿੰਨੇ ਵੀ ਸਾਡੇ ਵੈਬ ਟੀਵੀ ਚੱਲੇ ਆ ਨਾ, ਇਹਨਾਂ ਦਾ ਆਹੀ ਤਮਾਸ਼ਾ, ਕਿਹੜੇ ਕਲਾਕਾਰ ਨੇ ਕਿਹੜੇ ਕਲਾਕਾਰ ਨੂੰ ਕੀ ਕਹਿਤਾ। ਦੇਖੋ ਕਮਾਲ ਯਾਰ, ਕੀ ਕਰ ਰਹੇ ਹੋ ਤੁਸੀਂ, ਕਿ ਕਿਹੜੇ ਚੱਕਰਾਂ 'ਚ ਪਾ ਰਹੇ ਹੋ। ਸਿਆਣੇ ਤੋਂ ਸਿਆਣੇ ਬੰਦਿਆਂ ਨੇ ਟੀਵੀ ਚੈਨਲ ਖੋਲੇ ਆ, ਵੈਬ ਟੀਵੀ ਖੋਲਿਆ। ਆ ਇਸ਼ੂ ਤੁਹਾਨੂੰ ਕਿਉਂ ਨਹੀਂ ਦੀਦਾ? ਕਿਉਂ ਨਹੀਂ ਦੀਦਾ? ਮੇਰੇ ਵਰਗੇ ਆਮ ਬੰਦੇ ਨੂੰ ਜੇ ਇਹ ਇਸ਼ੂ ਤੰਗ ਕਰਦਾ ਹੈ, ਮੇਰੇ ਵਰਗੇ ਆਮ ਬੰਦੇ ਦੇ ਮਨ ਵਿੱਚ ਇਹ ਖਿਆਲ ਆਉਂਦਾ ਵੀ ਯਾਰ ਕੀ ਹੋ ਰਿਹਾ ਸਾਡੇ ਨਾਲ, ਤਾਂ ਤੁਸੀਂ ਕਾਹਦੇ ਪੱਤਰਕਾਰ ਹੋ ਜੀ? ਤੁਸੀਂ ਕਾਹਦੇ ਵਿਦਵਾਨ ਹੋ? ਤੁਸੀਂ ਵੈਬ ਟੀਵੀ ਖੋਲੇ ਹੋ, ਬਹੁਤ ਵੱਡੇ ਪੱਤਰਕਾਰ ਹੈ ਜੀ, ਬੜੇ ਸੁਗੜ ਸਿਆਣੇ ਪੱਤਰਕਾਰ। ਤੁਹਾਡੇ ਏਜੰਡੇ ਤੇ ਹੈ ਨਹੀਂ ਇਸ਼ੂ ਇਹ। ਮੈਂ ਨਹੀਂ ਕਹਿੰਦਾ ਮੈਂ ਬਹੁਤ ਸਿਆਣਾ ਆ, ਪਰ ਇਹ ਜਿਹੜੀਆਂ ਚੀਜ਼ਾਂ, ਇਹ ਇਸ਼ੂ ਆ ਰਹੇ ਆ, ਇਹ ਕੌਣ ਉਠਾਊਗਾ? ਇਹ ਮਸਲਾ ਕੌਣ ਉਠਾਊਗਾ? ਕਿਉਂ ਨਹੀਂ ਉਠਾਇਆ ਜਾ ਰਿਹਾ? ਸੋ ਇਹ ਜੋ ਕੁਝ ਵੀ ਹੋ ਰਿਹਾ ਨਾ, ਜੋ ਕੁਝ ਵੀ ਹੋ ਰਿਹਾ, ਇਹ ਤੁਹਾਡੇ ਸਾਹਮਣੇ ਆ। ਬਹੁਤ ਮਾੜੀ ਗੱਲ ਆ, ਜਿਸ ਫਿਲਮ ਇੰਡਸਟਰੀ ਦਾ ਆਪਣਾ ਨਾਂ ਨਹੀਂਗਾ, ਆਪਣੇ ਪੈਰ ਨਹੀਂਗੇ, ਇੰਡੀਅਨ ਫਿਲਮ ਇੰਡਸਟਰੀ ਤੋਂ ਜਿਨ੍ਹਾਂ ਨੇ ਆਪਣਾ ਨਾਂ ਹਾਲੀਵੁੱਡ ਦੀ ਨਕਲ ਕਰਕੇ ਜਿਨ੍ਹਾਂ ਨੇ ਆਪਣਾ ਨਾਂ ਬਾਲੀਵੁੱਡ ਰੱਖ ਲਿਆ। ਬਾਲੀਵੁੱਡ ਕੋਈ ਵਰਡ ਨਹੀਂਗਾ, ਕੋਈ ਸ਼ਬਦ ਨਹੀਂਗਾ, ਹੈ ਬਾਲੀਵੁੱਡ ਕੋਈ ਸ਼ਬਦ ਨਹੀਂਗਾ, ਬਾਲੀਵੁੱਡ ਦਾ ਕੋਈ ਮਤਲਬ ਨਹੀਂਗਾ। ਉਹ ਲੋਕ ਸਾਡਾ ਜਲੂਸ ਕੱਢ ਰਹੇ ਆ, ਜਲੂਸ। ਤੇ ਸਾਡੇ ਸੋ ਕਾਲਡ ਸਕਾਲਰ, ਸੋ ਕਾਲਡ ਸਾਡੇ ਪੱਤਰਕਾਰ, ਜਰਨਲਿਸਟ ਤਮਾਸ਼ਾ ਦੇਖ ਰਹੇ ਆ, ਤਮਾਸ਼ਾ ਦੇਖ ਰਹੇ। ਮਤਲਬ ਕੌਣ ਕਰੂਗਾ ਯਾਰ ਗੱਲਾਂ? ਇਹ ਪੈਸੇ ਤੁਸੀਂ ਬਣਾਉਂਦੇ ਹੋ, ਤੁਹਾਨੂੰ ਇਹ ਚਾਹੀਦਾ ਵੀ ਫਲਾਣੇ ਨੇ ਫਲਾਣੇ ਨੂੰ ਕੀ ਕਹਿਤਾ, ਦੇਖੋ ਆ ਕਿੱਦਾਂ ਹੋ ਗਿਆ, ਦੇਖੋ। ਕਮਾਲ ਯਾਰ, ਮਤਲਬ ਸ਼ਰਮ ਹੈ ਕੋਈ ਹੈਗੀ ਮਾੜੀ ਮੋਟੀ ਤੁਹਾਨੂੰ ਕਿਤੇ? ਆ ਟੀਵੀ, ਵੈਬ ਟੀਵੀ ਤੁਸੀਂ ਖੋਲੇ ਹੋਏ ਆ, ਕਾਹਦੇ ਲਈ ਖੋਲੇ ਹੋਏ? ਇਹ ਤੇ ਵੀ ਮੈਂ ਗੱਲ ਕਰਨੀ ਆ ਥੋੜੇ ਦਿਨਾਂ ਤੱਕ ਵੀ ਇਹ ਖਬਰ ਨੂੰ, 1 ਮਿੰਟ ਦੀ ਖਬਰ ਨੂੰ 15 ਮਿੰਟ ਦੀ ਕਿੱਦਾਂ ਬਣਾਉਂਦੇ, ਮੈਂ ਤੇ ਥੋੜਾ ਨਾਲ ਗੱਲ ਕਰੂੰਗਾ। ਸੋ ਮਤਲਬ ਇਹ ਐਡਾ ਸੀਰੀਅਸ ਇਸ਼ੂ ਆ, ਇਹਦੇ ਉੱਤੇ ਕੋਈ ਬੰਦਾ ਗੱਲ ਨਹੀਂ ਕਰ ਰਿਹਾ। ਕੋਈ ਖੈਰ, ਇਹ ਜਿਹੜਾ ਇਸ਼ੂ ਹੈ ਵਿਚਾਰਨ ਵਾਲਾ, ਇਦਾਂ ਦੇ ਬਹੁਤ ਸਾਰੇ ਸੀਰੀਅਲ ਆਏ ਆ, ਬਹੁਤ ਸਾਰੇ ਫਿਲਮਾਂ ਆ ਰਹੀਆਂ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਨੂੰ ਸ਼ਰਾਬੀ ਦਿਖਾਇਆ ਜਾ ਰਿਹਾ। ਪੰਜਾਬੀਆਂ ਨੂੰ, ਬੰਦਿਆਂ ਨੂੰ ਸ਼ਰਾਬੀ ਦਿਖਾਉਣਾ ਮੈਂ ਇਹਨੂੰ ਜਸਟੀਫਾਈ ਨਹੀਂ ਕਰ ਸਕਦਾ। ਪੰਜਾਬੀ ਜਦੋਂ ਸਾਡੀਆਂ ਮਾਵਾਂ ਤੇ ਭੈਣਾਂ ਤੇ ਸਾਡੀਆਂ ਦਾਦੀਆਂ ਤੇ ਪੜਦਾਦੀਆਂ ਦੇ ਉੱਤੇ ਜਦੋਂ ਇਹ ਦੋਸ਼ ਉਹ ਦੇਣਗੇ, ਔਰ ਬਿਲਕੁਲ ਕਲੀਅਰ ਕਿ ਜਿਵੇਂ ਮੈਂ ਜ਼ਿਕਰ ਕੀਤਾ ਫਿਲਮ ਦਾ ਕਿ ਗ੍ਰੈਂਡਸਨ ਆਫ ਸਰਦਾਰ, ਕਿਉਂਕਿ ਇੱਕ ਫਿਲਮ ਹੋਰ ਹੈ ਸਨ ਆਫ ਸਰਦਾਰ, ਮੈਂ ਉਹਦੇ ਚ ਉਹ ਕਨਫਿਊਜ਼ਨ ਹੋ ਗਿਆ। ਗ੍ਰੈਂਡਸਨ ਆਫ ਸਰਦਾਰ ਜਿਹੜਾ ਆ, ਉਹਦੇ ਵਿੱਚ ਉਸ 1947 ਤੋਂ ਪਹਿਲਾਂ ਦੀ ਜਿਹੜੀ ਜਿਉਂਦੀ ਦਾਦੀ ਹੈ, ਜਿਹਨੂੰ ਪਾਕਿਸਤਾਨ ਚੇਤੇ ਆਉਂਦਾ, ਤੇ ਉਹਨੂੰ ਉਹ ਸ਼ਰਾਬ ਵੀ ਚੇਤੇ ਆਉਂਦੀ, ਉਹਨੂੰ ਬ੍ਰਾਂਡ, ਉਹ ਫਲੇਵਰ ਵੀ ਚੇਤੇ ਆਉਂਦਾ। ਕੈਸਾ ਕੋਝਾ ਮਜ਼ਾਕ ਹੈ ਸਾਡੇ ਨਾਲ ਯਾਰ, ਜਿਨ੍ਹਾਂ ਨੇ ਸੂਰਮੇ ਜੰਮੇ, ਭਗਤ ਜੰਮੇ, ਜਿਨ੍ਹਾਂ ਦੁਨੀਆ ਦੇ ਵਿੱਚ ਵਿਲੱਖਣ ਇਤਿਹਾਸ ਪੈਦਾ ਕੀਤਾ, ਉਸ ਇਤਿਹਾਸ ਦੇ ਵਾਰਸਾਂ ਨੂੰ ਤੁਸੀਂ ਆਹ ਤਮਾਸ਼ਾ ਦਿਖਾ ਰਹੇ ਹੋ ਤੇ ਸਾਡੇ ਸਾਰੇ ਵਿਦਵਾਨ ਚੁੱਪ ਆ। ਬਹੁਤ ਮਾੜੀ ਗੱਲ ਹੈ। ਸਾਨੂੰ ਇਹਦੇ ਪ੍ਰਤੀ ਅਵੇਅਰ ਹੋਣਾ ਪਊਗਾ। ਮੈਂ ਕੁਝ ਕਮੈਂਟ ਸਾਡੇ ਆ ਰਹੇ ਆ, ਮੈਂ ਕੋਸ਼ਿਸ਼ ਕਰਦਾ ਜੇ ਉਹਨਾਂ ਦੇ ਉੱਤੇ ਕੋਈ ਕਮੈਂਟ ਕਰਨਾ ਬਣਦਾ ਹੋਇਆ ਤੇ ਮੈਂ ਜ਼ਰੂਰ ਕਰਾਂਗਾ। ਬਹੁਤ ਸਾਰੇ ਕਮੈਂਟ ਜਿਹੜੇ ਆ, ਕਮੈਂਟ ਤੁਹਾਡੇ ਕਿਤੇ ਲੁਕ ਗਏ ਆ, ਮੈਂ ਦੇਖਦਾ ਜੇ ਸਾਹਮਣੇ ਆ ਜਾਣ। ਸੋ ਦੋਸਤੋ, ਗੱਲ ਇਹੀ ਆ ਵੀ ਬੜਾ ਕੁਝ ਜਿਹੜਾ ਆ ਉਹ ਸਾਡੀ ਆਇਡੈਂਟੀਟੀ ਜਿਹੜੀ ਆ ਉਹਨੂੰ ਖਤਮ ਕਰਨ ਲਈ ਹੋ ਰਿਹਾ, ਤੇ ਹਰੇਕ ਲੈਵਲ ਦੇ ਉੱਤੇ ਇਹਦੇ ਕੋਸ਼ਿਸ਼ਾਂ ਹੋ ਰਹੀਆਂ। ਸੋ ਉਹਨਾਂ ਨੂੰ ਆਪਾਂ ਕਿਵੇਂ ਸਾਂਭਣਾ ਹੈ, ਕਿਵੇਂ ਆਪਾਂ ਉਹਦੇ ਖਿਲਾਫ ਖੜਨਾ ਹੈ, ਕਿਵੇਂ ਜਾਗਣਾ। ਤੇ ਇਹ ਜਿਹੜੀ ਤੁਸੀਂ ਟਾਂਡਾ ਸਾਹਿਬ ਲਾਈਵ ਤੇ ਆਉਣਾ ਚਾਹੁੰਦੇ ਆ, ਤੁਸੀਂ
ਕਾਲ ਕਰ ਲਓ ਟਾਂਡਾ ਸਾਹਿਬ ਪਲੀਜ਼। ਆਈ ਡੋਂਟ ਨੋ ਕਿਉਂ ਤੁਸੀਂ ਮੈਂ ਕਿਉਂ ਨਹੀਂ ਤੁਹਾਨੂੰ ਲੈ ਸਕਦਾ ਇਹਦੇ ਉੱਤੇ, ਫॉर ਸਮ ਰੀਜ਼ਨ। ਤੁਸੀਂ ਮੈਨੂੰ ਆਡੀਓ ਕਾਲ ਕਰ ਲਓ ਟਾਂਡਾ ਸਾਹਿਬ। ਤੇ ਸਾਡੇ ਨਾਲ ਰਜਿੰਦਰ ਸਿੰਘ ਟਾਂਡਾ ਜਿਹੜੇ ਕਿ ਬੜੇ ਚਿੰਤਕ ਨੇ ਇਸ ਮਾਮਲੇ ਦੇ ਵਿੱਚ, ਮੈਂ ਉਹਨਾਂ ਦੇ ਨਾਲ ਗੱਲਬਾਤ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਨ ਦੀ ਕੁਝ ਮਿੰਟਾਂ ਤੱਕ। ਤੁਹਾਡੇ ਹੋਰ 2-3 ਮਿੰਟ ਮੈਂ ਹੋਰ ਲੈਣੇ, ਉਸ ਤੋਂ ਬਾਅਦ ਆਪਾਂ ਗੱਲਬਾਤ ਸਮਾਪਤ ਕਰ ਦੇਣੀ, ਖਤਮ ਕਰ ਦੇਣੀ ਹੈ। ਤੇ ਟਾਂਡਾ ਸਾਹਿਬ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ। ਜਸਵੰਤ ਸਿੰਘ ਸ਼ਾਦ ਬੋਲ ਰਿਹਾ ਜੀ। ਹਾਂਜੀ ਸਾਹਿਬ ਕੀ ਹਾਲ? ਠੀਕ ਹੈ ਜੀ ਟਾਂਡਾ ਸਾਹਿਬ, ਕੀ ਹਾਲ ਚਾਲ? ਸੁਣ ਰਹੇ ਹੋ ਪ੍ਰੋਗਰਾਮ? ਹਾਂਜੀ ਸਾਹਿਬ ਮੈਂ ਹੁਣੇ ਸੁਣਿਆ ਕਿ ਥੋੜਾ ਤੇਰੀ ਮੈਂ ਸੁਣਦੇ ਜੀ ਜੀ। ਤੇ ਮੈਂ ਬੜਾ ਦੁੱਖ ਹੋਇਆ ਮੈਨੂੰ ਇਹ ਗੱਲ ਸੁਣ ਕੇ ਤੇ ਤੁਹਾਡਾ ਜਿਹੜਾ ਇਹ ਜੋ ਵੀ ਸੀਰੀਅਲ ਦੇ ਵਿੱਚ ਦਿਖਾਇਆ ਗਿਆ ਔਰ ਗੱਲ ਇਹ ਹੈ ਕਿ ਜਿਹੜੇ ਇਹ ਨਾਟਕ ਆ ਜਾਂ ਗੀਤ ਆ ਜਾਂ ਕਹਾਣੀਆਂ ਜਾਂ ਫਿਲਮਾਂ ਜੀ, ਇਹ ਸਾਰੇ ਜਿਹੜੀਆਂ ਚਾਰੇ ਕਹ ਲਓ ਕਿ ਜਿਹੜੇ ਐਂਟਰਟੇਨਮੈਂਟ ਦੇ ਸਾਧਨ ਆ ਇਹ ਸਾਡੀ ਪੀੜ੍ਹੀ ਨੂੰ ਇੱਕ ਖਾਸ ਡਾਇਰੈਕਸ਼ਨ 'ਚ ਲਿਜਾਣ ਵਾਸਤੇ ਜਿਹੜੇ ਆ ਉਹ ਕੰਮ ਕਰਦੇ ਆ ਜੀ। ਮੈਂ ਹਾਂਜੀ ਇਸ ਤੋਂ ਪਹਿਲਾਂ ਵੀ ਤੁਸੀਂ ਅੱਗੇ ਵਧੋ, ਮੈਨੂੰ ਯਾਦ ਆ ਗਿਆ ਤੁਹਾਡਾ ਸੋਸ਼ਲ ਮੀਡੀਆ ਤੇ ਤੁਸੀਂ 2-3 ਪੋਸਟਾਂ ਪਾਈਆਂ ਪਿਛਲੇ 1-2 ਹਫ਼ਤਿਆਂ 'ਚ, ਤੇ ਉਹਦੇ ਤੇ ਉਹ ਦੁੱਖ ਦੀ ਗੱਲ ਆ ਕਿ ਸਾਡੇ ਵੀਰ ਉਹਦੇ ਤੇ ਸਿੰਸੀਅਰ ਨਹੀਂ ਦਿਸੇ, ਸੀਰੀਅਸ ਨਹੀਂ ਦਿਸੇ, ਬਲਕਿ ਉਹਨੂੰ ਬਹੁਤ ਲਾਈਟਲੀ ਲੈ ਰਹੇ। ਹਾਂਜੀ ਕੀਪ ਕੰਟੀਨਿਊ। ਹਾਂਜੀ ਦੇਖੋ ਇਸ ਤਰ੍ਹਾਂ ਮੈਂ ਅੱਜ ਦੁਪਹਿਰੇ ਬਿਲਕੁਲ ਜਿਹੜੀ ਤੁਸੀਂ ਘਟਨਾ ਦਾ ਜ਼ਿਕਰ ਕੀਤਾ ਮੈਂ ਉਹਦੇ ਬਾਰੇ ਗੱਲ ਕਰ ਰਿਹਾ ਸੀ ਤੇ ਮੈਨੂੰ ਇੱਕ ਦਿਮਾਗ 'ਚ ਗੱਲ ਆਈ ਬੜੀ ਕਮਾਲ ਦੀ, ਜਿਹੜੀ ਮੈਂ ਤੁਹਾਨੂੰ ਇਸ ਵੇਲੇ ਬਿਲਕੁਲ ਜ਼ਿਕਰ ਕਰਨਾ ਚਾਹੁੰਦਾ ਕਿ ਜਦੋਂ ਅਸੀਂ ਇਹ ਗੱਲ ਕਹਿ ਦਿੰਦੇ ਨਾ ਕਿ ਸ਼ਬਦਾਂ ਦਾ ਕੋਈ ਅਸਰ ਨਹੀਂ, ਅਕਸਰ ਜਦੋਂ ਕੋਈ ਅਸੀਂ ਸੀਰੀਅਲ ਦੇ ਵਿੱਚ ਜਾਂ ਕਿਸੇ ਗੀਤ ਦੇ ਵਿੱਚ ਜਾਂ ਅਸੀਂ ਕਿਸੇ ਫਿਲਮ ਦੇ ਵਿੱਚ ਸ਼ਬਦ ਵਰਤਦੇ ਆ ਜਾਂ ਕੋਈ ਡਾਇਲੌਗ ਵਰਤਦੇ ਆ ਜਾਂ ਸੀਨ ਦਿਖਾਉਂਦੇ ਆ ਜੀ, ਤੇ ਅਕਸਰ ਸੱਜਣੇ ਗੱਲ ਕਹਿੰਦੇ ਐਂਟਰਟੇਨਮੈਂਟ ਦਾ ਸਾਧਨ ਹੈ ਜੀ। ਬਿਲਕੁਲ, ਇਹਨੂੰ ਬਹੁਤ ਸੀਰੀਅਸ ਲੈ ਲਓ। ਮੈਂ ਵੀ ਕਹਿ ਰਿਹਾ ਵੀ ਐਂਟਰਟੇਨਮੈਂਟ ਦੇ ਨਾਮ ਤੇ ਬਹੁਤ ਵੱਡੀਆਂ ਬਦਕਾਰੀਆਂ ਹੋ ਰਹੀਆਂ, ਬਹੁਤ ਘਾਣ ਹੋ ਰਿਹਾ। ਮੈਂ ਇਹ ਗੱਲ ਤੁਹਾਨੂੰ ਕਹਿਣ ਲੱਗਾ ਜੀ ਕਿ ਅਕਸਰ ਅਸੀਂ ਕਹਿ ਦਿੰਦੇ ਹਾਂ ਕਿ ਐਂਟਰਟੇਨਮੈਂਟ ਜਿਹੜਾ ਇਹਨੂੰ ਬਹੁਤਾ ਲਾਈਟਲੀ ਨਾ ਲਿਆ ਜਾਵੇ, ਇਹ ਐਂਟਰਟੇਨਮੈਂਟ ਦਾ ਸਾਧਨ ਹੈ। ਪਰ ਸ਼ਬਦ ਜਿਹੜਾ ਹੈ ਨਾ, ਵੈਸੇ ਤਾਂ ਸਿੱਖ ਦਾ ਸ਼ਬਦ ਹੀ ਗੁਰੂ ਹੈ ਜੀ। ਜਿਹੜਾ ਬੰਦਾ ਕਹਿੰਦਾ ਸ਼ਬਦ ਅਸਰ ਨਹੀਂ ਕਰਦਾ ਬਾਜੋ, ਤੇ ਇਹਦਾ ਮਤਲਬ ਉਹਨੂੰ ਬਿਲਕੁਲ ਵੀ ਹਜੇ ਸ਼ਬਦ ਦੀ ਸਮਝ ਨਹੀਂ ਕਿ ਵੀ ਸ਼ਬਦ ਹੀ ਮਤਲਬ ਕਿੰਨੀ ਵੱਡੀ ਚੀਜ਼ ਹੈ। ਸ਼ਬਦ ਦਾ ਸਿੱਧਾ ਰੂਹ ਨਾਲ ਸੰਬੰਧ ਹੈ ਜੀ। ਸ਼ਬਦ ਕਿੰਨੀ ਵੱਡੀ ਚੀਜ਼ ਹੈ। ਬਿਲਕੁਲ ਚਾਹੇ ਕਵਿਤਾ ਦੇ ਥਰੂ ਹੋਵੇ, ਸ਼ਬਦ ਚਾਹੇ ਡਾਇਲੌਗ ਦੇ ਥਰੂ ਹੋਵੇ, ਸ਼ਬਦ ਚਾਹੇ ਗੀਤ ਦੇ ਸ਼ੁਰੂ ਹੋਵੇ, ਤੇ ਜਾਂ ਸ਼ਬਦ ਕਿਸੇ ਕੀਰਤਨ ਜਾਂ ਸ਼ਬਦ ਦੇ ਰੂਪ 'ਚ ਹੋਵੇ। ਜੀ 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 ਬਿਲਕੁਲ। ਸ਼ਬਦ ਨੇ ਆਪਣਾ ਅਸਰ ਛੱਡਣਾ। ਜਿਹੜਾ ਬੰਦਾ ਇਹ ਗੱਲ ਕਹਿੰਦਾ ਸ਼ਬਦ ਦੀ ਸ਼ਬਦ ਦਾ ਅਸਰ ਨਹੀਂ ਹੁੰਦਾ, ਇਹਦਾ ਮਤਲਬ ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਅਜੇ ਪੜਿਆ ਨਹੀਂ, ਵੀ ਸਿੱਖਿਆ ਦਾ ਪਤਾ ਨਹੀਂ ਵੀ ਸ਼ਬਦ ਅਸਰ ਕਿਵੇਂ ਕਰਦਾ। ਬਹੁਤ ਵੱਡੀ ਗੱਲ ਤੁਸੀਂ ਕੀਤੀ ਆ। ਇਹ ਸ਼ਬਦ ਦਾ ਜਿਹੜਾ ਅਸਰ ਆ ਉਹ ਸਦੀਆਂ ਤੱਕ ਰਹਿੰਦਾ, ਸਦੀਆਂ ਤੱਕ ਰਹਿੰਦਾ, ਸਦੀਆਂ ਤੱਕ ਰਹਿੰਦਾ। ਅਗਲੀ ਗੱਲ ਜੀ, ਇਨਕਲਾਬ ਜਿੰਦਾਬਾਦ ਇੱਕ ਸ਼ਬਦ ਹੈ ਨਾ, ਜਿਹੜੇ ਸੱਜੇ ਖਾਲਿਸਤਾਨ ਦੇ ਹਮਾਇਤੀ, ਉਹ ਖਾਲਿਸਤਾਨ ਜਿੰਦਾਬਾਦ ਇੱਕ ਸ਼ਬਦ ਹੈ ਨਾ ਜੀ। ਬਿਲਕੁਲ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼ਬਦ ਹੈ ਨਾ ਜੀ। ਫੌਜ ਦੇ ਵਿੱਚ ਐਜ਼ ਅ ਵਾਰ ਕਰਾਈ ਯੂਜ਼ ਹੁੰਦਾ ਜੀ। ਜਦੋਂ ਤੁਸੀਂ ਦੁਸ਼ਮਣ ਨੂੰ ਜਾ ਕੇ ਹੱਥੋਂ ਪੈਣਾ, ਆਰਮੀ ਦੇ ਵਿੱਚ ਜਦੋਂ ਹੱਥੋਂ ਨਾਲ ਫੌਜ ਕੰਮ ਕਰਦੀ, ਲੜਦੀ ਹੈ, ਜਾ ਕੇ ਹੱਥ ਨਾਲ ਇੱਕ ਦੂਜੇ ਤੇ ਮਾਰਦੀ ਹੈ, ਤੇ ਉਦੋਂ ਬੋਲੇ ਸੋ ਨਿਹਾਲ ਦੇ ਜਕਾਰੇ ਛੱਡ ਕੇ ਜਾਇਆ ਤੁਰਿਆ ਜਾਂਦਾ, ਕਿਉਂਕਿ ਬੋਲੇ ਸੋ ਨਿਹਾਲ ਦਾ ਤੁਹਾਡੇ ਅੰਦਰ ਦਿਮਾਗ ਵਿੱਚ ਸਪਿਰਿਟ ਭਰਦਾ ਜੀ। ਬਿਲਕੁਲ ਜੋਸ਼, ਬਿਲਕੁਲ ਵੱਖਰੀ ਤਰ੍ਹਾਂ ਦਾ ਜੋਸ਼। ਅੱਗੇ ਆ ਜਾਓ ਜੀ, ਅੱਗੇ ਆ ਜਾਓ। ਢਾਡੀ 12 ਗੁਰੂ ਸਾਹਿਬ ਨੇ ਕੀਰਤਨ ਤੋਂ ਹਟ ਕੇ ਸਟਾਰਟ ਕੀਤੀਆਂ। ਗੁਰੂ ਹਰਗੋਬਿੰਦ ਸਾਹਿਬ ਨੇ ਜੀ। ਲੜਾਈ ਕਦੋਂ ਪਹਿਲੇ ਕਿਹੜੇ ਗੁਰੂ ਸਾਹਿਬ ਨੇ ਕੀਤੀ? ਗੁਰੂ ਹਰਗੋਬਿੰਦ ਸਾਹਿਬ ਜੀ। ਗੁਰੂ ਅਰਜਨ ਦੇਵ ਜੀ ਕੋਈ ਲੜਾਈ ਨਹੀਂ ਹੋਈ ਜੀ। ਬਿਲਕੁਲ ਸ਼ਾਂਤੀਪੂਰਵਕ ਸਿੱਖ ਧਰਮ ਚੱਲਿਆ। ਜਦੋਂ ਯੁੱਧ ਦੀ ਗੱਲ ਆਈ ਤੇ ਨਾਲ ਹੀ ਜਿਹੜਾ ਕੀਰਤਨ ਦਾ ਰੂਪ ਆ ਉਹਦੇ ਨਾਲ ਪੈਰਲਲ ਢਾਡੀ 12 ਸ਼ਬਦ ਦੇ ਰੂਪ ਵਿੱਚ ਲੋਕਾਂ ਦੇ ਤਾਂ ਕਿ ਬੰਦੇ ਨੂੰ, ਸਿੱਖ ਨੂੰ ਜਾਂ ਗੁਰੂ ਦੇ ਖਾਲਸੇ ਨੂੰ ਜਿਹੜੀ ਤਾਕਤ ਚਾਹੀਦੀ ਹੈ ਉਹ ਸ਼ਬਦ ਚੋਂ ਆਉਣੀ ਆ, ਤੇ ਉਹਨੂੰ ਉਸ ਤਰ੍ਹਾਂ ਦੇ ਸ਼ਬਦ ਪਰੋਸੇ ਜਾਣ। ਬਿਲਕੁਲ, ਉਹ ਸ਼ਬਦ ਦਾ ਰੂਪ ਦੇਖੋ ਚੇਂਜ ਕਰਤਾ ਉਹਨਾਂ ਨੇ। ਢਾਡੀ 12 ਜਿਹੜੀਆਂ ਸੀ ਉਹ ਲਾਈਟ ਸੀਗੀਆਂ ਸ਼ਬਦ ਦੇ ਮੁਕਾਬਲੇ। ਰਾਗ ਜਿਹੜਾ ਸ਼ਬਦ ਉਹ ਬੜੇ ਰਾਗ ਕੀਤਾ, ਹਾਰਡ ਰਾਗ 'ਚ ਪੜਿਆ ਜਾਂਦਾ ਸੀ, ਜਦ ਕਿ ਢਾਡੀ 12 ਸੁਖੈਨ ਕਰਦੀਆਂ। ਔਰ ਉਹਨਾਂ ਨੇ ਸ਼ਬਦ ਦੀ ਚੋਣ ਇਸ ਤਰ੍ਹਾਂ ਕੀਤੀ ਕਿ ਜਦੋਂ ਢਾਡੀ 12 ਪੜ੍ਹਦੇ ਸੀ, ਬੰਦੇ ਦੇ ਜਿਹੜੇ ਦੱਸਦੇ ਆ ਜਿਹੜੇ ਬਾਲ ਆ ਜਿਹੜੇ ਆਪਣੇ ਕਹਿੰਦੇ ਲੂ ਕੰਡੇ ਹਨ, ਉਹ ਲੂ ਕੰਡੇ ਖੜੇ ਹੋ ਜਾਂਦੇ ਸੀ। ਉਹ ਜਦੋਂ ਅਸੀਂ ਸ਼ਬਦ ਇਸ ਕਰਕੇ ਜਿਹੜੇ ਸੀਨ ਆ ਫਿਲਮਾਂ ਦੇ, ਚਾਹੇ ਉਹ ਗੀਤ ਆ, ਤੁਸੀਂ ਦੇਖੋ ਜਦੋਂ 92 'ਚ ਸਾਨੂੰ ਮਾਰ ਮੁਕਾਤਾ ਪੰਜਾਬ ਦੇ
ਤਰ੍ਹਾਂ ਦੇ ਵਿੱਚ ਖਤਮ ਕਰਤਾ। ਹੂੰ ਤੇ ਉਸ ਤੋਂ ਬਾਅਦ ਫਿਰ ਇਸ ਕਰਕੇ ਕਿ ਸਾਡੀ ਨਸਲਕੁਸ਼ੀ ਕਰਨ ਵਾਸਤੇ ਜਾਂ ਸਾਨੂੰ ਖਤਮ ਹੋਰ ਵੱਧ ਖਤਮ ਕਰਨ ਵਾਸਤੇ ਕਿ ਦੁਬਾਰਾ ਨਾ ਕਦੀ ਸਿੱਖ ਉੱਠਣ, ਸਭ ਤੋਂ ਪਹਿਲਾਂ ਜਿਹੜਾ ਬੈਨੀਫਿਟ ਲਿਆ ਗਿਆ ਜਾਂ ਜਿਹੜਾ ਕਹਿ ਲਓ ਹਥਿਆਰ ਵਰਤਿਆ ਗਿਆ, ਗਨ ਤੋਂ ਬਾਅਦ ਜਿਹੜਾ ਅਗਲਾ ਹਥਿਆਰ ਵਰਤਿਆ ਗਿਆ ਉਹ ਗੀਤ ਵਰਤੇ ਗਏ ਸਾਡੀ ਸੋਚ ਨੂੰ ਬਦਲਣ ਲਈ। ਯੈਸ ਸਾਡੀ ਸੋਚ ਨੂੰ ਬਦਲਣ ਲਈ ਅਗਲਾ ਹਥਿਆਰ। ਔਰ ਤੁਸੀਂ ਦੇਖੋ ਜਿਹੜਾ ਕੰਮ ਬੰਦੂਕਾਂ ਨੇ ਕੀਤਾ ਸੀ ਉਹਦੇ ਨਾਲ ਬਦਨਾਮੀ ਹੋਈ ਆ ਆਲ ਓਵਰ ਵਰਲਡ ਇੰਡੀਆ। ਪਰ ਜਿਹੜਾ ਕੰਮ ਕੀਤਾ ਨਾ ਕੀਤਾ ਉਹਨੂੰ ਅਸੀਂ ਖੁਸ਼ੀ-ਖੁਸ਼ੀ, ਉਹਨੂੰ ਸਾਡੀ ਉਮਤ ਨੇ ਖੁਸ਼ੀ-ਖੁਸ਼ੀ ਐਕਸੈਪਟ ਵੀ ਕੀਤਾ, ਉਹਦਾ ਅਸਰ ਕਬੂਲਿਆ ਤੇ ਇੰਜੋਏ ਕੀਤਾ ਤੇ ਪਰ ਖਤਮ ਹੋ ਗਿਆ ਸੀ ਨਾ। ਤੇ ਮੈਂ ਦੱਸ ਰਿਹਾ ਕਿ ਆਮ ਗੱਲ ਨਾਲ ਗੱਲ ਕਰਦੇ ਹਾਂ ਕਿਹੋ ਜਿਹੀ ਅਸੀਂ ਆਪਦੇ ਵਿਚਾਰਾ ਕਰਦੇ ਹੁੰਦੇ ਆ। ਮੈਂ ਤੁਹਾਨੂੰ ਇੱਕ ਲਫ਼ਜ਼ ਕਹਿੰਦਾ ਹੁੰਦਾ ਕਿ ਜਦੋਂ ਲਾਹਨਤ 2 ਪੀੜ੍ਹੀਆਂ ਤੋਂ ਬਾਅਦ ਤੀਜੀ ਪੀੜ੍ਹੀ ਚੱਲ ਜਾਏ ਉਹ ਸੱਭਿਆਚਾਰ ਬਣ ਜਾਂਦੀ ਹੈ। ਬਿਲਕੁਲ, ਬਹੁਤ ਵਧੀਆ ਤੁਹਾਡੀ ਕੋਟੇਸ਼ਨ ਹੈ। ਉਦੋਂ ਉਹਨੂੰ ਦੁਬਾਰਾ ਬੋਲਿਓ, ਇਹਨੂੰ ਟਿਕਾ ਕੇ ਬੋਲਿਓ ਥੋੜਾ ਜਿਹਾ। ਮੈਂ ਇੱਕ ਅਕਸਰ ਇਹ ਲਫ਼ਜ਼ ਆਪਣੇ ਜਿੱਥੇ ਮੈਨੂੰ ਕਦੇ ਬੋਲਣ ਦਾ ਮੌਕਾ ਮਿਲੇ ਜਾਂ ਕਿਸੇ ਬਹੁਤ ਸੰਜੀਦਾ ਸੱਜਣਾ ਨਾਲ ਜਦੋਂ ਮੈਂ ਗੁਫ਼ਤਗੂ ਕਰਦਾ ਕਿਤੇ ਤਾਂ ਮੈਂ ਕਹਿੰਦਾ ਹੁੰਦਾ ਕਿ ਕਿਸੇ ਵੀ ਸਮਾਜ ਦੇ ਵਿੱਚ, ਕਿਸੇ ਵੀ ਦੁਨੀਆ ਦੇ ਸਮਾਜ ਵਿੱਚ ਜੀ ਅਗਰ ਲਾਹਨਤ ਜਿਹੜੀ ਹੈ, ਲਾਹਨਤ ਲਾਹਨਤ ਜਿਹੜੀ ਹੈ ਉਹ ਅਗਰ ਤੀਜੀ ਪੀੜ੍ਹੀ ਵਿੱਚ ਕੰਟੀਨਿਊਸ ਹੋ ਜਾਂਦੀ ਹੈ, ਤੀਜੀ ਪੀੜ੍ਹੀ 'ਚ ਪ੍ਰਵੇਸ਼ ਕਰ ਜਾਂਦੀ ਹੈ, ਤਾਂ ਫਿਰ ਉਹਨੂੰ ਐਜ਼ ਅ ਕਲਚਰ ਅਪਣਾ ਲਿਆ ਜਾਂਦਾ, ਉਹਨੂੰ ਐਜ਼ ਅ ਸੱਭਿਆਚਾਰ ਅਪਣਾ ਲਿਆ ਜਾਂਦਾ, ਮਾਣ ਕੀਤਾ ਜਾਂਦਾ। ਫਿਰ ਤੁਸੀਂ ਉਸਦੇ ਖਿਲਾਫ ਨਹੀਂ ਬੋਲ ਸਕਦੇ। ਅਗਰ ਉਹਦੇ ਖਿਲਾਫ ਬੋਲੋਗੇ ਤੁਹਾਡੀ ਧੌਣ ਲੱਥਣੀ ਲੱਥਣੀ। ਸੋ ਇਹ ਟਾਂਡਾ ਸਾਹਿਬ ਮੈਂ ਤੁਹਾਨੂੰ ਰੋਕਦਾ ਇੱਥੇ। ਜਿਹੜਾ ਤੁਸੀਂ ਗੀਤਾਂ ਦੀ ਗੱਲ ਕੀਤੀ ਆ, ਸੇਮ ਗੱਲ ਜਿਹੜੀ ਆ ਐਂਟਰਟੇਨਮੈਂਟ ਦੇ ਨਾਮ ਤੇ ਜਿਹੜੀ ਫਿਲਮਾਂ ਦੇ ਵਿੱਚ ਹੋ ਰਹੀ ਆ ਕਿ ਸਿੱਖ ਜਿਹੜੇ ਆ ਉਹ ਜੋਕਰ ਆ, ਉਹ ਮਜ਼ਾਕ ਦੇ ਪਾਤਰ ਆ। ਉਸ ਤੋਂ ਅਗਲਾ ਵਾਰ ਜਿਹੜਾ ਪਹਿਲਾਂ ਤਾਂ ਸਿਰਫ ਸਿੱਖ ਮਰਦਾਂ ਤੇ ਹੁੰਦਾ ਸੀ ਜਾਂ ਪੰਜਾਬੀਆਂ ਦੇ ਨਾਂ ਦੇ ਉੱਤੇ ਕੀਤਾ ਜਾਂਦਾ ਸੀ ਮਰਦਾਂ ਤੇ, ਉਸ ਤੋਂ ਅੱਗੇ ਹੁਣ ਜਿਹੜੇ ਮੈਂ 3-4 ਹਵਾਲੇ ਦਿੱਤੇ ਆ, ਸ਼ਾਇਦ ਤੁਸੀਂ ਨਹੀਂ ਸੁਣਿਆ, ਸੀਰੀਅਲ 2-3 ਫਿਲਮਾਂ ਦੇ ਹਵਾਲੇ ਮੈਂ ਦਿੱਤੇ ਆ। ਉਹਦੇ ਵਿੱਚ ਬਿਲਕੁਲ ਇਹ ਜਿਹੜੀ ਲਾਹਨਤ ਆ ਇਹਨੂੰ ਬੜਾ ਪ੍ਰਾਊਡਲੀ ਉਹਨਾਂ ਨੇ ਪੇਸ਼ ਕੀਤਾ ਪੰਜਾਬੀਆਂ ਲਈ, ਇਸ ਤਰ੍ਹਾਂ ਪਰੋਸਿਆ ਕਿ ਪੰਜਾਬ ਬੜੇ ਮਾਣ ਦੇ ਨਾਲ ਤੇ ਬੜੇ ਸਤਿਕਾਰ ਦੇ ਨਾਲ ਇਹਨੂੰ ਐਕਸੈਪਟ ਵੀ ਕਰਨ ਤੇ ਇਹਨੂੰ ਦੂਜੀ ਪੀੜ੍ਹੀ ਤੱਕ ਲੈ ਕੇ ਜਾਣ। ਜਿਹੜਾ ਤੁਸੀਂ ਜ਼ਿਕਰ ਕੀਤਾ ਗੀਤਾਂ ਦਾ, ਸਾਡੀ ਦੂਜੀ ਪੀੜ੍ਹੀ ਤੱਕ ਆ ਚੁੱਕਿਆ। ਆ ਜਿਹੜਾ ਕੰਮ ਹੁਣ ਸ਼ੁਰੂ ਹੋਇਆ ਨਾ ਜੋਕਰਾਂ ਵਾਲਾ ਤੇ ਦੂਜਾ, ਇਹ ਵੀ ਦੂਜੀ ਪੀੜ੍ਹੀ ਤੱਕ ਆ ਚੁੱਕਿਆ। ਪਰ ਔਰਤਾਂ ਦੇ, ਸਾਡੀਆਂ ਮਾਵਾਂ ਦਾਦੀਆਂ ਦੀ ਉਮਰ ਦੀਆਂ ਜਿਹੜੀਆਂ ਔਰਤਾਂ ਸ਼ਰਾਬ ਪੀਂਦੀਆਂ ਉਹ ਦਿਖਾ ਰਹੇ ਆ, ਇਹ ਕਦੇ ਵੀ ਨਹੀਂ ਸੀ ਆਇਆ ਇੰਡੀਅਨ ਫਿਲਮ ਇੰਡਸਟਰੀ ਦੇ ਵਿੱਚ, ਹੁਣ ਆ ਰਿਹਾ। ਤਾਂ ਜਦੋਂ ਇਹ ਪਹਿਲੀ ਪੀੜ੍ਹੀ 'ਚ ਆ ਗਿਆ, ਦੂਜੀ 'ਚ ਆ ਗਿਆ, ਅਸੀਂ ਅਸੀਂ ਘੁੰਨੇ ਬਣ ਕੇ ਘੁੰਨੇ ਮੁੰਨੇ ਹੋਏ, ਅਸੀਂ ਬਸ ਅਸੀਂ ਸਵੀਕਾਰ ਕਰ ਲਿਆ। ਤੇ ਉਹ ਤੀਜੀ ਜਦੋਂ ਜਨਰੇਸ਼ਨ ਆਉਣੀ ਤੁਹਾਡੇ ਕਹਿਣਗੇ ਹੋਰ 20 ਸਾਲਾਂ ਨੂੰ, ਤੇ ਉਹ ਅਸੀਂ ਸਵੀਕਾਰ ਕਰ ਲੈਣੀ ਕਿ ਠੀਕ ਆ ਜੀ ਸਾਡੇ ਅਸੀਂ ਹੁਣ ਮੰਨਦੇ ਆ ਨਾ ਵੀ ਸਾਰੇ ਸ਼ਰਾਬ ਪੀਂਦੇ, ਸਿੱਖ ਜਾਂ ਪੰਜਾਬੀ ਸਾਰੇ ਸ਼ਰਾਬ ਪੀਂਦੇ ਆ, ਤੇ ਉਹ ਹੁਣ ਅਸੀਂ ਇਹ ਵੀ ਮੰਨ ਲੈਣਾ ਕਿ ਸਾਡੀਆਂ ਮਾਵਾਂ ਵੀ, ਸਾਡੀਆਂ ਦਾਦੀਆਂ ਵੀ ਸ਼ਰਾਬ ਪੀਂਦੀਆਂ ਸੀਗੀਆਂ। ਇਹ ਵੀ ਇੱਕ ਸੱਭਿਆਚਾਰ ਬਣ ਜਾਣਾ ਜੀ। ਸ਼ਾਹ ਸਾਹਿਬ ਦੇਖੋ, ਜਿਹੜੀ ਮੈਂ ਤੁਹਾਨੂੰ ਗੱਲ ਕਹੀ ਨਾ, ਜਿਹੜੀ ਤੁਸੀਂ ਹੁਣ ਗੱਲ ਦੀ ਤਾਰੀਫ ਕੀਤੀ ਹੈ, ਮੈਂ ਹੋਰ ਗੱਲ ਜਿਹੜੀ ਤੁਸੀਂ ਸ਼ਰਾਬ ਦੀ ਗੱਲ ਕਹੀ ਹੈ, ਮੈਂ ਤੁਹਾਨੂੰ ਇਹਦੇ ਵਿੱਚ ਬਿਲਕੁਲ ਇਹਦੇ ਵਿੱਚ ਹੋਰ ਪੱਖ ਦੇਣ ਲੱਗਾ ਜੀ ਕਿ ਅਸੀਂ 70ਵਿਆਂ ਦੇ ਜੰਮੇ ਆ ਵਿੱਚ ਜੀ ਜੀ 80ਵਿਆਂ ਦੇ ਵਿੱਚ ਅਸੀਂ ਬਹੁਤ ਛੋਟੇ ਸੀ, 10 ਸਾਲ ਦੇ, 12 ਸਾਲ ਦੇ ਜੀ। ਤੁਸੀਂ ਪਿੰਡਾਂ ਦਾ ਪਤਾ ਨਹੀਂ ਵਿਆਹ ਦੇਖੋ, ਤੁਸੀਂ ਸ਼ਹਿਰ 'ਚ ਪੜਿਆ, ਮੈਂ ਤਾਂ ਪਿੰਡ 'ਚ ਪੜਿਆ ਰਾਈਟ ਜੀ ਪਿੰਡ 'ਚ ਪੜਿਆ ਨਹੀਂ, ਪਿੰਡਾਂ ਦਾ ਹੀ ਹਾਂਜੀ ਬਹੁਤ ਕੁਛ, ਤੁਸੀਂ ਪਿੰਡਾਂ ਦੇ ਵਿਆਹ ਬਾਕੀ ਰਿਸ਼ਤੇਦਾਰੀਆਂ ਪਿੰਡਾਂ ਦੀਆਂ ਹਾਂਜੀ। ਪਿੰਡਾਂ ਦੇ ਵਿੱਚ 80ਵਿਆਂ ਦੇ ਦੌਰ ਵਿੱਚ ਜਦੋਂ 80 82 83 85 ਜਦੋਂ ਵਿਆਹ ਹੁੰਦਾ ਸੀ ਜੀ ਤੇ ਸ਼ਰਾਬ ਘਰ ਦੇ ਵਿੱਚ ਵਿਆਹ ਵਿੱਚ ਕਤਈ ਵੀ ਨਹੀਂ ਪਲਾਈ ਜਾਂਦੀ ਸੀ ਜਾਂ ਪੀਤੀ ਜਾਂਦੀ ਸੀ ਜੀ। ਹਮੇਸ਼ਾ ਜਿੱਥੇ ਪਸ਼ੂ ਬੰਨੇ ਜਾਂਦੇ ਆ ਉਧਰ ਜਾਂ ਜਿਹਨੂੰ ਡੇਰਾ ਕਿਹਾ ਜਾਂਦਾ ਬੰਬੀਆਂ ਤੇ ਪੀਤੀ ਜਾਂਦੀ ਸੀ ਬਾਹਰ ਹਵੇਲੀ। ਜਿਹੜੇ ਬੰਦੇ ਨੇ ਸ਼ਰਾਬ ਪੀਣੀ ਨੂੰ ਉਹਨਾਂ ਨੂੰ ਸ਼ਾਮ ਨੂੰ ਪਰਿਵਾਰਕ ਰਿਸ਼ਤੇਦਾਰ ਕਹਿੰਦੇ ਆ ਜਾਓ ਵੀ ਫਲਾਣੇ ਜਿਹਾ ਬੈਠੇ ਆਪਾਂ ਉੱਥੇ, ਠੀਕ ਹੈ। ਪਰਿਵਾਰ ਦੇ ਵਿੱਚ ਬਹਿ ਕੇ ਸ਼ਰਾਬ ਜਿਹੜੀ ਸੀ ਉਦੋਂ ਲਾਹਨਤ, ਕਿਉਂਕਿ ਸ਼ਰਾਬ ਲਾਹਨਤ ਸੀ ਉਸ ਟਾਈਮ ਤੇ 70 80 ਵਿੱਚ ਸ਼ਰਾਬ ਲਾਹਨਤ ਸੀ ਤੇ ਆਮ ਪਰਿਵਾਰ ਵਿੱਚ ਨਹੀਂ ਸੀ ਵਰਤਾਈ ਜਾਂਦੀ ਜੀ। 70ਵਿਆਂ ਤੋਂ ਲੈ ਕੇ 20 ਤੱਕ ਜੀ 40-50 ਸਾਲ ਹੋ ਗਏ, ਤੀਜੀ ਪੀੜ੍ਹੀ ਸਾਡੀ ਸਟਾਰਟ ਹੋ ਗਈ। 20 ਸਾਲ ਦੀ ਇੱਕ ਪੀੜ੍ਹੀ ਹੁੰਦੀ ਨਾਰਮਲ ਬਿਲਕੁਲ। ਸੋ ਉਹ ਨਾਟਕ ਜਿਹਦੀ ਤੁਸੀਂ ਮੈਨੂੰ ਫੋਨ ਤੇ ਵੀ ਗੱਲ ਕੀਤੀ ਸੀ ਕਿ ਉਹਦੇ ਵਿੱਚ ਜਦੋਂ ਦਾਦੀ ਨੂੰ ਸ਼ਰਾਬ ਪੀਂਦੀ ਦਿਖਾਇਆ ਤੇ ਪੋਤਾ ਉਹਦੀ ਸ਼ਰਾਬ ਲੈ ਕੇ ਜਾ ਰਿਹਾ ਜੀ ਤੇ ਇਹਦਾ ਮਤਲਬ ਜਿਹੜੀ ਕਦੀ ਲਾਹਨਤ ਸੀ ਗੱਲ 47 ਵੇਲੇ, ਹਾਲਾਂਕਿ ਇਹ ਗੱਲ ਪੋਸੀਬਲ ਨਹੀਂ, 47 ਸਾਡੀਆਂ ਬੀਬੀਆਂ ਕਦੇ ਸ਼ਰਾਬ ਨਹੀਂ ਪੀਂਦੀਆਂ। ਉਹੀ ਤਾਂ ਮੈਂ ਕਹਿ ਰਿਹਾ, ਮੈਂ ਸਵਾਲ ਕੀਤਾ, ਮੈਂ ਸਾਰੇ ਭਾਈਚਾਰੇ ਨੂੰ ਸਵਾਲ ਕੀਤਾ ਆ ਵੀ ਤੁਸੀਂ ਸੋਚ ਕੇ ਦੇਖੋ ਵੀ ਲਾਗਲੇ 10 20 50 ਪਿੰਡਾਂ ਦੇ ਵਿੱਚ ਜਾਂ ਪੂਰੇ ਦੇ ਪੂਰੇ ਜਲੰਧਰ ਜਾਂ ਲੁਧਿਆਣੇ ਸ਼ਹਿਰ ਦੇ ਵਿੱਚ ਸਿੱਖਾਂ ਦੀ ਕਿਹੜੀ ਦਾਦੀ ਜਾਂ ਮਾਂ ਜਿਹੜੀ ਸੀ ਉਸ ਵੇਲੇ 47 50 ਦੇ ਵਿੱਚ ਸ਼ਰਾਬ ਪੀਂਦੀ ਸੀ?
ਬਿਲਕੁਲ ਬਿਲਕੁਲ ਕਿਉਂ ਦਿਖਾ ਰਹੇ ਆ, ਸਾਡਾ ਕੀ ਰਿਐਕਸ਼ਨ ਹੈ ਇਹਦੇ ਉੱਤੇ? ਸੋ ਇਹਦਾ ਮਤਲਬ ਇਹ ਹੈ ਵੀ ਦੇਖੋ ਤੁਸੀਂ ਸ਼ੈਤਾਨ ਦੇਖੋ ਕਿੱਦਾਂ, ਜਿਹੜਾ ਬੰਦਾ ਉਹ ਬਣਾਉਣ ਵਾਲਾ ਉਹਦੀ ਤੁਸੀਂ ਸ਼ੈਤਾਨੀ ਦੀ ਇੰਤਹਾ ਦੇਖੋ ਕਿ ਉਹਨੇ ਦਾਦੀ ਨੂੰ ਜਦੋਂ 47 ਤੋਂ ਪਹਿਲਾਂ ਸ਼ਰਾਬ ਪੀਂਦੀ ਦਿਖਾ ਲਿਆ ਤੇ ਤੀਜੀ ਪੀੜ੍ਹੀ ਸ਼ਰਾਬ ਆਟੋਮੈਟਿਕਲੀ ਬਾਹਰ ਜਦੋਂ ਪੋਤਾ ਲੈ ਕੇ ਆ ਰਿਹਾ ਤਾਂ ਮਾਂ ਕਹਿੰਦੀ ਦਾਦੀ ਪ੍ਰਾਊਡ ਹੋ ਰਹੀ ਉਹਦੇ ਤੇ। ਤੁਸੀਂ ਟਾਂਡਾ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਤੀਜੀ ਪੀੜ੍ਹੀ ਜਾ ਕੇ ਇਹ ਕਲਚਰ ਬਣ ਜਾਂਦੀ, ਸੱਭਿਆਚਾਰ ਬਣ ਜਾਂਦੀ ਆ, ਤਾਂ ਪੋਤਾ ਉਸ ਦਾਦੀ ਦੀ ਜਿਹੜੀ ਸ਼ਰਾਬ ਉਹ ਬ੍ਰਾਂਡ ਆ ਜਾਂ ਜੋ ਵੀ ਆ ਉਹ ਲੈ ਕੇ ਆਉਂਦਾ ਉੱਥੋਂ, ਤੇ ਦਾਦੀ ਸੁੰਘ ਕੇ ਉਹਨੂੰ ਸਮੈਲ ਕਰਕੇ ਕਹਿੰਦੀ ਆ ਵੀ ਇਹ ਤਾਂ ਲਾਹੌਰ ਦਾ ਸਮਾਨ ਲੱਗਦਾ, ਇਹ ਤਾਂ ਮੇਰਾ ਬ੍ਰਾਂਡ ਆ। ਸੋ ਬਿਲਕੁਲ ਤੀਜੀ ਪੀੜ੍ਹੀ ਆ ਗਈ, ਉਹਦਾ ਪੋਤਾ ਆ ਤੀਜੀ। ਬਿਲਕੁਲ ਯੂ ਆਰ ਰਾਈਟ, ਯੂ ਆਰ ਰਾਈਟ। ਹਾਂ ਇਹ ਗੱਲ ਬੜੀ, ਮੈਂ ਤੁਹਾਨੂੰ ਇਦਾਂ ਦੀਆਂ 10 ਐਗਜ਼ਾਮਪਲ, ਹੁਣ ਚਲੋ ਤੁਸੀਂ ਔਨ 에ਅਰ, ਮੈਂ ਤੁਹਾਨੂੰ 10 ਐਗਜ਼ਾਮਪਲ ਇਹੋ ਜਿਹੀਆਂ ਸਮਾਜ ਦੀਆਂ ਲਾਹਨਤਾਂ ਜਿਹੜੀਆਂ ਸਨ 60s ਦੇ ਵਿੱਚ ਲਾਹਨਤਾਂ ਸੀਗੀਆਂ, ਜਾਂ ਕਹਿ ਲਓ ਕੁਝ ਐਸੇ ਰਾਜਸਥਾਨ ਦੇ ਕਬੀਲਿਆਂ ਦੀਆਂ ਤੁਹਾਨੂੰ ਮੈਂ ਇਹੋ ਜਿਹੀਆਂ ਲਾਹਨਤਾਂ ਦੱਸਾਂ ਜਿਹੜੀਆਂ ਉਹਨਾਂ ਦੀਆਂ ਅੱਜ ਤੋਂ 10-15 ਪੀੜ੍ਹੀਆਂ ਲਾਹਨਤਾਂ ਸੀ, ਉਹ 3-4 ਪੀੜ੍ਹੀਆਂ ਬਾਅਦ ਉਹਨਾਂ ਦੇ ਕਲਚਰ ਬਣ ਗਏ, ਔਰ ਅੱਜ ਉਹਨਾਂ ਨੂੰ ਉਹ ਸਾਡੇ ਲਈ ਬੜੀਆਂ ਵੱਡੀਆਂ ਲਾਹਨਤਾਂ, ਉਹਨਾਂ ਵਾਸਤੇ ਕਲਚਰ ਹੈ। ਤੁਹਾਡੀ ਗੱਲ ਸਹੀ ਆ, ਜਿਹੜੀਆਂ ਸਾਡੇ ਵਿੱਚ ਵੀ ਕੁਰੀਤੀਆਂ ਹੈਗੀਆਂ ਆ। ਦੇਖੋ ਜਿਹੜਾ ਸਤੀ ਪ੍ਰਥਾ ਸੀਗੀ, ਸਤੀ ਪ੍ਰਥਾ ਇੱਕ ਮਤਲਬ ਕੁਰੀਤੀ ਸੀ, ਉਹਨੂੰ ਰੀਤੀ ਬਣਾਤਾ, ਉਹ ਕਲਚਰ ਬਣ ਗਿਆ, ਠੀਕ ਹੈ ਨਾ। ਕਿੰਨਾ ਮੁਸ਼ਕਲ ਵਿੱਚ ਸਰਕਾਰ ਨੂੰ ਕਾਨੂੰਨ ਬਣਾ ਕੇ ਉਹਨੂੰ ਕੱਢਣਾ ਪਿਆ। ਹੁਣ ਜਿਹੜਾ ਨੱਥ ਪਾਉਣਾ ਆ ਨੱਕ ਦੇ ਵਿੱਚ, ਹਾਂਜੀ ਨੱਥ ਪਾਉਣੀ, ਇਹ ਮਜਬੂਰੀ ਸੀ ਜਾਂ ਉਹ ਗੁਲਾਮੀ ਸੀਗੀ ਕਿ ਇਹ ਔਰਤਾਂ ਜਿਹੜੀਆਂ ਗੁਲਾਮ ਕੀਤੀਆਂ ਹੋਈਆਂ, ਇਹਨਾਂ ਦੇ ਨੱਕ 'ਚ ਨੱਥ ਪਾ ਦੇ ਤਾਂ ਪਤਾ ਲੱਗੇ, ਸ਼ਕਲ ਤੋਂ ਚਿਹਰਾ ਦੇਖਦੇ ਪਤਾ ਲੱਗੇ, ਕੋਈ ਆਈਡੀ ਤਾਂ ਹੁੰਦੀ ਨਹੀਂ ਸੀ ਉਦੋਂ, ਤੇ ਆਈਡੀ ਚਿਹਰਾ ਦੇਖਦੇ ਪਤਾ ਲੱਗੇ ਵੀ ਉਹ ਗੁਲਾਮ ਆ। ਸੋ ਉਹ ਜਦੋਂ ਤੀਜੀ ਪੀੜ੍ਹੀ ਤੱਕ ਆਈ ਤਾਂ ਉਹ ਕਲਚਰ ਬਣ ਗਈ। ਤੇ ਹੁਣ ਅਸੀਂ ਆਪ ਅਸੀਂ ਆਪਣੀਆਂ ਲੜਕੀਆਂ ਨੂੰ ਕਹੀਏ ਤੂੰ ਨੱਕ ਨਾ ਬਣਾ, ਉਹ ਕਹਿੰਦੀਆਂ ਤੁਸੀਂ ਕਿੱਥੋਂ ਬੁੱਢੇ ਹੋ ਗਏ ਜਾਂ ਪਿਆ ਤੁਹਾਨੂੰ, ਇਹ ਕਲਚਰ ਆ, ਮੈਨੂੰ ਚੰਗਾ ਲੱਗਦਾ, ਮੈਂ ਸੋਹਣੀ ਲੱਗਦੀ ਆ। ਕਿੰਨਾ ਸਾਡੀ ਚੀਜ਼ ਨੂੰ ਕਿੰਨਾ ਕੰਨ, ਚਲੋ ਖੈਰ ਇੱਕ ਵੱਖਰਾ ਵਿਸ਼ਾ, ਕੰਨ ਕਿਹਦੇ ਬਣਾਏ ਜਾਂਦੇ ਸੀਗੇ, ਇਹ ਵੀ ਇੱਕ ਵੱਖਰਾ ਵਿਸ਼ਾ, ਕੰਨ ਵੀ, ਠੀਕ ਹੈ ਨਾ। ਇਹ ਹੁਣ ਤੁਹਾਡੀ ਬਿਲਕੁਲ, ਮੈਂ ਉਸੇ ਗੱਲ ਨੂੰ ਬਿਲਕੁਲ ਬਹੁਤ, ਮੈਂ ਤੁਹਾਡੀ ਕੋਟੇਸ਼ਨ ਪਸੰਦ ਕਰਦਾ ਹੁੰਦਾ। ਇਹ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜਦੋਂ ਲਾਨਤ ਜਾਂ ਕੁਰੀਤੀ ਉਹ ਤੁਹਾਡੀ ਜਦੋਂ ਤੀਜੀ ਪੀੜ੍ਹੀ ਤੱਕ ਜਾਂਦੀ ਆ ਤਾਂ ਫਿਰ ਤੁਹਾਡਾ ਉਹ ਮਨ ਸ਼ਾਨਾ ਮਤਾ ਇਤਿਹਾਸ ਬਣ ਜਾਂਦੀ ਆ। ਇਹਦੀਆਂ ਸੈਂਕੜੇ ਉਦਾਹਰਨਾਂ ਜਿਹੜੀਆਂ ਇੰਡੀਆ ਦੇ ਵਿੱਚ ਉਹ ਮਿਲਦੀਆਂ। ਸੋ ਟਾਂਡਾ ਸਾਹਿਬ, ਇਹ ਦੇਖੋ, ਇਹ ਜਿਹੜੀ ਗੱਲ ਹੈ ਇਹਦੇ ਬਾਰੇ 'ਚ ਮੈਂ ਗੱਲ ਜ਼ਿਕਰ ਕਰ ਰਿਹਾ ਸੀਗਾ ਕਿ ਜਿਹੜੇ ਸਾਡੇ ਹਜ਼ਾਰਾਂ ਹੀ ਸੈਂਕੜੇ ਜਿਹੜੇ ਖੁੰਬਾਂ ਵਾਂਗੂ ਉੱਠੇ ਵੈਬ ਟੀਵੀ ਆ ਜਾਂ ਰੇਡੀਓ ਆ, ਚਲੋ ਖੈਰ ਰੇਡੀਓ ਵਾਲੇ ਤਾਂ ਵਿਚਾਰੇ ਇੱਥੇ ਅਮਰੀਕਾ ਵਾਲੇ, ਕੈਨੇਡਾ ਵਾਲੇ, ਜਿੰਨਾ ਕੁ ਵੀ ਇਹਨਾਂ ਦਾ ਹੁੰਦਾ ਉਹ ਮਤਲਬ ਗੁਜ਼ਾਰੇ ਜੋਗੀ ਗੱਲ ਕਰਦੇ ਆ। ਪਰ ਦੁੱਖ ਦੀ ਗੱਲ ਇਹ ਆ ਕਿ ਉਹਨਾਂ ਦੀ ਇਹ ਗੱਲ ਜਿਹੜੀ ਉਹ ਪੰਜਾਬ ਤੱਕ ਨਹੀਂ ਪਹੁੰਚਦੀ, ਇੱਥੇ ਹੀ ਦਮ ਤੋੜ ਜਾਂਦੀ ਆ। ਤੇ ਇਹ ਜਿਹੜੀ ਗੱਲ ਆ ਉਹ, ਹਾਂ ਬਿਲਕੁਲ, ਜਿਹੜਾ ਬੰਦਾ ਚਾਹੀਦੀ ਗੱਲ ਕਰਦਾ ਉਹਦਾ ਪੇਜ ਕਿੰਨੀ ਮੁਸ਼ਕਿਲ ਨਾਲ ਸਾਹਮਣਾ ਕਰਦਾ। ਜੀ ਬਿਲਕੁਲ। ਸੋ ਇਹ ਜਿਹੜੀ ਗੱਲ ਆ, ਬਹੁਤ ਮੈਨੂੰ ਲੱਗਿਆ ਕਿ ਇਹ ਬਹੁਤ ਗੰਭੀਰ ਮਸਲਾ, ਮੈਂ ਤਾਂ ਇਹ ਇਸ਼ੂ ਲਿਆਂਦਾ ਸੀਗਾ। ਹੋ ਸਕਦਾ ਕਿ ਕਈਆਂ ਨੂੰ ਗੰਭੀਰ ਨਾ ਲੱਗਦਾ ਹੋਵੇ, ਪਰ ਮੈਨੂੰ ਪਰਸਨਲੀ ਲੱਗਦਾ ਵੀ ਬਹੁਤ ਗੰਭੀਰ ਮੁੱਦਾ, ਸਾਡੇ ਕਲਚਰ ਨੂੰ, ਸਾਡੇ ਉਸ ਮਹਾਨ ਵਿਰਸੇ ਨੂੰ ਜਿਹਦੇ ਅਸੀਂ ਵਾਰਿਸ ਹਾਂ, ਉਹਨੂੰ ਤਾਂ ਹੁਣ ਤੱਕ ਉਸ ਇੰਡਸਟਰੀ ਵੱਲੋਂ ਕਲੰਕਿਤ ਕੀਤਾ ਜਾਂਦਾ ਸੀ ਜਿਨ੍ਹਾਂ ਦਾ ਨਾਂ ਵੀ ਚੋਰੀ ਦਾ, ਜਿਨ੍ਹਾਂ ਦਾ ਨਾਂ ਵੀ ਡੁਪਲੀਕੇਟ ਆ, ਜਿਨ੍ਹਾਂ ਨੇ ਨਾਂ ਵੀ ਬਾਲੀਵੁੱਡ ਰੱਖ ਲਿਆ। ਤੇ ਮੈਂ ਕਿਹਾ ਸੀ ਬਾਲੀਵੁੱਡ ਕੋਈ ਸ਼ਬਦ ਨਹੀਂਗਾ ਡਿਕਸ਼ਨਰੀ ਦੇ ਵਿੱਚ, ਬਾਲੀਵੁੱਡ ਦਾ ਕੋਈ ਮਤਲਬ ਨਹੀਂਗਾ, ਐਡੇ ਨਿਕੰਮੇ ਕੋਈ। ਬਿਲਕੁਲ ਉਹ ਲੋਕ ਸਾਡੇ ਮਹਾਨ ਵਿਰਸੇ ਨੂੰ ਬਦਨਾਮ ਕਰ ਰਹੇ ਆ। ਇਹ ਮਤਲਬ ਇਹ ਲੋਕ ਜਿਹੜੇ ਆ ਜੜਹੀਣ ਲੋਕ ਆ। ਇੰਡੀਅਨ ਫਿਲਮ ਇੰਡਸਟਰੀ ਹੁੰਦੀ ਸੀ, ਉਹਦਾ ਨਾਮ ਬਦਲ ਕੇ ਹਾਲੀਵੁੱਡ ਦੀ ਤਰਜ਼ ਤੇ ਕਿ ਅਸੀਂ ਉਹਨਾਂ ਦੇ ਪਿੱਛ ਲੱਗਾ ਜਾਂ ਉਹਨਾਂ ਦੇ ਪਿੱਠੂ ਆ ਜਾਂ ਅਸੀਂ ਉਹਨਾਂ ਨੂੰ ਮਹਾਨ ਸਮਝਦੇ ਆ। ਇਹਨਾਂ ਨੇ ਆਪੇ ਡਿਕਲੇਅਰ ਕਰਤਾ ਵੀ ਤੁਸੀਂ ਮਹਾਨ, ਠੀਕ ਹੈ, ਵੀ ਸਾਡਾ ਬਿਲਕੁਲ ਰੋਲ ਮਾਡਲ ਇਹਨਾਂ ਦੇ, ਤੇ ਉਹਨਾਂ ਨੇ ਨਾਂ ਰੱਖ ਲਿਆ। ਸੋ ਇੱਥੇ ਇਹ ਕੁਝ ਜੇ ਹੋ ਰਿਹਾ ਸੀ ਪਿਛਲੇ 20-30 ਸਾਲਾਂ ਤੋਂ, ਸਿੱਖ ਇਤਰਾਜ਼ ਵੀ ਕਰਦੇ ਸੀ। ਇੱਕ ਟਾਂਡਾ ਸਾਹਿਬ ਮੈਂ ਹੋਰ ਜ਼ਿਕਰ ਕੀਤਾ ਸੀ ਕਿ ਇਹ ਟ੍ਰੈਂਡ ਬਣ ਚੁੱਕਾ ਹੈ ਕਿ ਜੇਕਰ ਕਿਸੇ ਨਿਕੰਮੀ ਫਿਲਮ ਨੂੰ ਹਿੱਟ ਕਰਨਾ ਤਾਂ ਉਹ 'ਚ ਜਾਣ ਕੇ ਕੰਟਰੋਵਰਸੀ ਪਾ ਦਿਓ ਕਿ ਸਿੱਖਾਂ ਦੇ ਖਿਲਾਫ ਸ਼੍ਰੋਮਣੀ ਕਮੇਟੀ ਆ ਗਈ, ਮਹਿਤਾ ਚਾਵਲਾ ਆ ਗਏ, ਦੂਜੇ ਤੀਜੇ ਇਹ ਆ ਗਏ, ਤੇ ਉਹਨਾਂ ਨੇ ਆ ਕੇ ਇਤਰਾਜ਼ ਕਰਤਾ ਜੀ, ਕਮੇਟੀ ਬੈਠ ਗਈ। ਤਾਂ ਉਹ ਫਿਲਮ ਜਿਹੜੀ ਆ ਉਹ ਨਾ ਨਹੀਂ ਵੀ ਚੱਲਦੀ ਹੁੰਦੀ, ਸਾਰੇ ਸਿੱਖ ਜ਼ਰੂਰ ਦੇਖਦੇ ਸੀ, ਵਿੱਚ ਸ਼੍ਰੋਮਣੀ ਕਮੇਟੀ ਨੇ ਪਤਾ ਨਹੀਂ ਕੀ ਕਰਾਮਾਤ ਕਰਤੀ ਵੀ ਕਿਹੜੇ ਸੀਨ ਕੱਢਤੇ। ਸੋ ਇਹ ਵੀ ਇੱਕ ਟ੍ਰੈਂਡ ਹੈ। ਸੋ ਸਾਰਾ ਕੁੱਲ ਮਿਲਾ ਕੇ ਸਾਰਾ ਕੁਝ ਜਿਹੜਾ ਧੰਦਾ ਬਣਾ ਦਿੱਤਾ ਗਿਆ। ਸੋ ਕਾਫੀ ਸਮਾਂ ਹੋ ਗਿਆ। ਬੜੇ ਸਿੱਖਾਂ ਨੂੰ ਬੜੇ ਇੱਕ ਯੋਗਰ ਕਿਸਮ ਦੇ ਲੋਕ ਸਿੱਖਾਂ ਨੂੰ ਬੜੇ, ਤੁਸੀਂ ਦੇਖੋ ਨਾ ਵੀ ਜੇ ਕੋਈ ਗੋਰਾ ਜਾਂ ਤੁਹਾਨੂੰ ਜਾਂ ਕੋਈ ਅਦਰ ਕਮਿਊਨਿਟੀ ਦਾ ਬੰਦਾ ਅੱਜ ਵੀ ਕਹਿੰਦਾ ਤੇ ਸਿੱਖ ਦੇ ਸ਼ਾਨ ਮੱਤੇ ਇਤਿਹਾਸ ਦੀ ਕੋਈ ਗੱਲ ਹੀ ਨਹੀਂ ਕਰਦਾ। ਤੁਹਾਨੂੰ ਸਿੱਖਾਂ ਨੂੰ ਜਦੋਂ ਲਫ਼ਜ਼ ਵਰਤੇ ਜਾਂਦਾ, ਅਗਲਾ ਲਫ਼ਜ਼ ਪਤਾ ਕਿਹੜਾ ਵਰਤੇ ਜਾਂਦਾ? ਸਿੱਖ ਬੱਲੇ ਬੱਲੇ, ਸ਼ਾਵਾ ਸ਼ਾਵਾ, ਬੱਲੇ ਬੱਲੇ, ਬਿਲਕੁਲ, ਸ਼ਾਵਾ ਸ਼ਾਵਾ,
ਚੱਕ ਦੇ ਫੱਟੇ। ਸੋ ਚੱਕਰੇ ਫੱਟੇ ਸਾਡੇ ਨਾਂ ਇਹ ਬਣ ਗਏ, ਸਾਡੇ ਤਖੱਲਸ ਜਿਹੜੇ ਆ ਅਦਰ ਕਮਿਊਨਿਟੀ ਵਿੱਚ ਬੱਲੇ ਬੱਲੇ ਸ਼ਾਵਾ ਸ਼ਾਵਾ ਬਣ ਗਏ ਆ, ਜਾਂ ਸਾਡਾ ਚੱਕ ਦੇ ਫੱਟੇ ਇਹਨਾਂ ਨੇ ਤੁਸੀਂ ਦੇਖੋ ਪਿਛਲੇ 2 ਦਹਾਕਿਆਂ ਦੀਆਂ ਫਿਲਮਾਂ ਜਿਹੜੀਆਂ ਆ ਉਹਦੇ ਵਿੱਚ ਇਹਨਾਂ ਨੇ ਪੰਜਾਬੀ ਦੀ ਉਹ ਜਖਣਾ ਪੱਟੀ ਦੇ ਬਾਰੇ ਮੈਂ ਗੱਲ ਕਰ ਚੁੱਕਿਆ ਪਹਿਲਾਂ, ਤੋ ਗੱਲ ਨੂੰ ਇੱਥੇ ਖਤਮ ਕਰਦੇ ਆ ਤੇ ਕਿ ਇਹ ਕੁੱਲ ਮਿਲਾ ਕੇ ਇਹ ਵਿਸ਼ਾ ਜਿਹੜਾ ਆ ਇਹ ਬੜਾ ਇਹਦੇ ਤੇ ਗੰਭੀਰ ਆ, ਚਰਚਾ ਹੋਣੀ ਚਾਹੀਦੀ ਆ। ਜਿਨ੍ਹਾਂ ਨੂੰ ਲੱਗਦਾ ਵੀਰਾਂ ਨੂੰ ਕਿ ਇਹ ਵਿਸ਼ਾ ਵਾਕਿਆ ਹੀ ਗੰਭੀਰ ਆ ਤੇ ਤੁਸੀਂ ਆਪਣਾ ਯੋਗਦਾਨ ਪਾਓ। ਮੈਂ ਬੇਨਤੀ ਵੈਸੇ ਕਰਦਾ ਨਹੀਂ ਹੁੰਦਾ, ਮਤਲਬ ਇਹ ਨਹੀਂ ਕਿ ਮੈਂ ਹੁਕਮ ਕਰਦਾ ਹੁੰਦਾ, ਆਮ ਤੌਰ ਤੇ ਮੈਂ ਬੇਨਤੀ ਨਹੀਂ ਕਰਦਾ ਹੁੰਦਾ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ। ਜਿਨ੍ਹਾਂ ਨੂੰ ਚੰਗੀ ਲੱਗੀ ਆ ਉਹ ਸ਼ੇਅਰ ਜ਼ਰੂਰ ਕਰਿਓ। ਅੱਗੇ ਗੱਲ ਆਪਣਾ ਮਕਸਦ ਸਿਰਫ ਇਹੀ ਆ ਕਿ ਅਸੀਂ ਇਸ ਕੰਮ ਤੋਂ ਰੋਟੀ ਨਹੀਂ ਖਾਂਦੇ। ਮੇਰਾ ਮਕਸਦ ਇਹੀ ਹੁੰਦਾ ਕਿ ਇੱਕ ਚੰਗਾ ਥਾਟ ਜੇ ਤੁਸੀਂ ਕਮਿਊਨਿਟੀ ਦੇ ਵਿੱਚ ਲੈ ਕੇ ਆਉਂਦੇ ਆ ਤਾਂ ਉਹਦੇ ਬਹੁਤ ਸਾਰੇ ਜਿਹੜੇ ਲੋਕ ਜਿਨ੍ਹਾਂ ਨੂੰ ਗਾਹੇ ਬਗਾਹੇ ਪਤਾ ਨਹੀਂ ਹੁੰਦਾ, ਜਦੋਂ ਉਹਨਾਂ ਨੂੰ ਪਤਾ ਲੱਗਦਾ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਯਾਰ ਆ ਕਮੀ ਪੇਸ਼ੀ ਆ ਰਹੀ ਹੈ, ਕਿਉਂਕਿ ਜਦੋਂ ਕੋਈ ਕੁਰੀਤੀ ਐਸਟੈਬਲਿਸ਼ ਹੋ ਜਾਂਦੀ ਉਹਨੂੰ ਭੰਨਣਾ ਤੋੜਨਾ ਬਹੁਤ ਮੁਸ਼ਕਲ ਹੋ ਜਾਂਦਾ। ਸੋ ਪਹਿਲਾਂ ਹੀ ਇਹਨਾਂ ਨੂੰ ਜੇ ਅਸੀਂ ਨੱਥ ਪਾ ਲਈਏ ਜਾਂ ਕਿਸੇ ਤਰੀਕੇ ਰੋਕ ਲਈਏ ਜਾਂ ਜ਼ਿੰਮੇਵਾਰ ਸੰਸਥਾਵਾਂ ਨੂੰ ਅਸੀਂ ਅਵੇਅਰ ਕਰੀਏ, ਉਹਨਾਂ ਦੇ ਗਲ 'ਚ ਅੰਗੂਠਾ ਦਈਏ ਕਿ ਭਾਈ ਤੁਸੀਂ ਕੁਝ ਕਰੋ ਤੇ ਆ ਜਿਹੜਾ ਕੰਮ ਚੱਲ ਰਿਹਾ ਇਹਨੂੰ ਰੋਕੋ, ਤਾਂ ਜੇਕਰ ਉਹ ਆਪਣੇ ਫਰਜ਼ ਪਛਾਣਦੇ ਆ ਤਾਂ ਬਹੁਤ ਚੰਗੀ ਗੱਲ ਹੈ। ਟਾਂਡਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸਾਰੀ ਕੋਈ ਗੱਲ ਨਹੀਂ, ਕੋਈ ਵੀ ਫਰਕ ਨਾ ਪਵੇ ਸਾਡੇ ਗੱਲ ਕਹਿਣ ਦਾ ਹੁੰਦਾ ਕਿ ਨਾ ਤੁਸੀਂ ਮੰਨ ਲਓ, ਇਹ ਮੰਨ ਕੇ ਚਲੋ ਵੀ ਸਾਡੇ ਰੌਲਾ ਪਾਉਣ ਨਾਲ ਕੋਈ ਫਰਕ ਵੀ ਨਹੀਂ ਪੈਣਾ। ਤੇ ਸਾਨੂੰ ਚਿੜੀ ਦੀ ਐਗਜ਼ਾਮਪਲ ਸਾਡੇ ਕੋਲ ਬਹੁਤ ਸੋਹਣੀ ਆ। ਅੱਗ ਲੱਗੀ ਸੀ ਕਿਤੇ, ਚਿੜੀ ਮੂੰਹ ਦੇ ਵਿੱਚ ਚੁੰਝਾ ਭਰ ਕੇ ਪਾਣੀ ਪਾਉਣ ਲੱਗ ਪਈ ਤੇ ਕਿਸੇ ਨੇ ਖੜੇ ਕੇ ਮਜ਼ਾਕ ਕਰਤਾ ਕਿ ਤੇਰੀ ਚੁੰਝ ਵਿੱਚ ਪਾਈ ਪਾਣੀ ਦੇ ਨਾਲ ਅੱਗ ਨਹੀਂ ਬੁਝਣੀ। ਉਹਨੇ ਬੜਾ ਕਮਾਲ ਦਾ ਜਵਾਬ ਦਿੱਤਾ। ਉਹ ਸਾਡੇ ਲਈ ਬੜਾ ਇੱਕ ਲੋ ਦੇਖਣਾ, ਸਾਨੂੰ ਸਪੋਰਟ ਕਰਦਾ ਹਮੇਸ਼ਾ ਇਹੋ ਜਿਹੇ ਮੌਕਿਆਂ ਦੇ ਉੱਤੇ, ਹੌਸਲਾ ਦਿੰਦਾ। ਹਾਂ, ਚਿੜੀ ਨੇ ਇੱਕ ਬਹੁਤ ਕਮਾਲ ਦਾ ਜਵਾਬ ਦਿੱਤਾ ਸੀ ਕਿ ਭਾਈ ਮੇਰਾ ਸ਼ੁਮਾਰ ਅੱਗ ਬੁਝਾਉਣ ਵਾਲਿਆਂ ਚ ਹੋਣਾ, ਠਾਕੇ ਤੇ ਬੜਾ ਨਹੀਂ ਹੋਣਾ। ਤਮਾਸ਼ਾ ਸ਼ੁਮਾਰ ਜਿਹੜਾ ਆ ਉਹ ਰੌਲਾ ਪਾਉਣ ਵਾਲਿਆਂ ਚ, ਜੀ ਅਵੇਅਰ ਕਰਨ ਵਾਲਿਆਂ ਚ ਹੋਣਾ ਆ। ਇਸ ਕਰਕੇ ਫਾਇਦਾ ਹੋਵੇ ਨਾ ਹੋਵੇ ਪਰ ਅਸੀਂ ਆਪਣੀ ਆਵਾਜ਼ ਜਿਹੜੀ ਆ ਉਹਨੂੰ ਹਮੇਸ਼ਾ ਬੁਲੰਦ ਰੱਖਾਂ। ਜੀ ਬਿਲਕੁਲ ਟਾਂਡਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇ। ਸਾਡੇ ਨਾਲ ਕੀ ਹੋ ਰਿਹਾ, ਕੀ ਹੋਣ ਜਾ ਰਿਹਾ, ਕੀ ਹੋਇਆ, ਕਿਉਂ ਹੋਇਆ, ਕੌਣ ਲੋਕ ਨੇ, ਕਿਉਂ ਕਰ ਰਹੇ ਆ, ਇਹਦੇ ਬਾਰੇ ਜੇ ਅਸੀਂ ਸੋਚਣਾ ਸ਼ੁਰੂ ਕਰ ਦਈਏ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਫੈਲਣ ਤੋਂ, ਵੱਡਾ ਰੋਗ ਬਣਨ ਤੋਂ ਪਹਿਲਾਂ ਹੀ ਖਤਮ ਹੋ ਜਾਣਗੀਆਂ। ਸੋ ਸਾਨੂੰ ਲੋੜ ਆ ਕਿ ਅਸੀਂ ਜਾਗੀਏ। ਸੋ ਮੇਰੀ ਸਾਰੇ ਜਿੰਨੇ ਵੀ ਸਾਡੇ ਵੀਰ ਭੈਣਾਂ ਜੁੜੇ ਹੋਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਤੇ ਆਖਰ ਦੇ ਵਿੱਚ ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ ਆਪਣੇ ਸੱਜਣਾ ਦੇ ਖਿਲਾਫ ਤਾਂ ਮੈਂ ਉਹਨਾਂ ਤੋਂ ਖਿਮਾ ਦੀ ਯਾਚਨਾ ਕਰਦਾ। ਟਾਂਡਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਥੇ ਆਪਾਂ ਇਜਾਜ਼ਤ ਲੈ ਲਿਆ ਜੀ। ਨਹੀਂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸੁਚੱਜੇ ਵਿਚਾਰ ਤੁਹਾਡੇ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਸੀਗੇ, ਹਮੇਸ਼ਾ ਹੁੰਦੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ, ਦਰਸ਼ਕਾਂ ਨੂੰ, ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਆ ਜਸਵੰਤ ਸਿੰਘ ਸ਼ਾਦ। ਅੱਜ ਕਾਫੀ ਲੇਟ ਲਾਈਵ ਕਰਨ ਲੱਗਿਆ, ਮੈਂ ਸਮਾਂ ਹੀ ਹੁਣ ਮਿਲਿਆ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀਗੀਆਂ ਤੇ ਉਹਨਾਂ ਦੇ ਵਿੱਚੋਂ ਇੱਕ ਬੜਾ ਜ਼ਰੂਰੀ ਜਿਹੜਾ ਮੈਨੂੰ ਮੁੱਦਾ ਲੱਗਿਆ ਉਹਦੇ ਉੱਤੇ ਤੁਹਾਡੇ ਨਾਲ ਗੱਲ ਕਰਾਂਗਾ ਤੇ ਨਾਲ ਦੀ ਨਾਲ ਮੈਂ ਟੈਗ ਕਰ ਰਿਹਾ ਕੁਝ ਦੋਸਤਾਂ ਨੂੰ ਤਾਂ ਕਿ ਉਹ ਵੀ ਸਾਡੇ ਨਾਲ ਜੁੜ ਸਕਣ। ਤੇ ਦੋਸਤੋ ਗੱਲ ਇਹ ਆ ਕਿ ਜਿੱਥੋਂ ਤੱਕ ਹਿੰਦੀ ਫਿਲਮਾਂ ਦਾ ਸੰਬੰਧ ਹੈ, ਜਿਹਨੂੰ ਬਾਲੀਵੁੱਡ ਕਿਹਾ ਜਾਂਦਾ, ਉਹਨਾਂ ਦੇ ਵਿੱਚ ਤਕਰੀਬਨ ਜਿੰਨੀਆਂ ਕੁ ਵੀ ਹੁਣ ਤੱਕ ਫਿਲਮਾਂ ਬਣੀਆਂ ਜਿਹਦੇ ਵਿੱਚ ਸਿੱਖ ਕਿਰਦਾਰ ਦਿਖਾਇਆ ਗਿਆ ਤੇ ਉਹਦੇ ਵਿੱਚ ਉਹਨਾਂ ਨੇ ਸਿੱਖ ਕਿਰਦਾਰ ਦੇ ਨਾਲ ਸ਼ਾਇਦ ਹੀ ਕਿਸੇ ਕਰੈਕਟਰ ਦੇ ਨਾਲ ਇਨਸਾਫ ਕੀਤਾ ਹੋਵੇ। ਤੇ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨ ਜਾ ਰਿਹਾ ਉਹ ਇਸ ਤੋਂ ਵੀ ਅੱਗੇ ਆ। ਜਿੱਥੋਂ ਤੱਕ ਕਰੈਕਟਰ ਦਾ ਸੰਬੰਧ ਹੈ ਕਿ ਕਿਸ ਤਰ੍ਹਾਂ ਦਾ ਕਰੈਕਟਰ ਜਿਹੜਾ ਸਿੱਖ ਦਾ ਵਿਖਾਇਆ ਜਾਂਦਾ, ਉਹਦੇ ਬਾਰੇ 'ਚ ਵੀ ਆਪਾਂ ਥੋੜ੍ਹੀ ਜਿਹੀ ਗੱਲ ਕਰਨੀ ਆ। ਕਾਫੀ ਗੰਭੀਰ ਮੁੱਦਾ ਹੈ ਮੇਰੇ ਲਈ, ਹੋ ਸਕਦਾ ਕਿਸੇ ਲਈ ਇਹ ਨਾ ਹੋਵੇ। ਇੱਕ ਮਿੰਟ, ਮੈਂ ਜਿਵੇਂ ਆਖਿਆ ਕਿ ਮੈਂ ਥੋੜ੍ਹਾ ਜਿਹਾ ਟੈਗ ਕਰ ਰਿਹਾ ਕੁਝ ਦੋਸਤਾਂ ਨੂੰ, ਇਨਵਾਈਟ ਕਰ ਰਹੇ ਹਾਂ ਜੇ ਉਹ ਆ ਸਕਦੇ ਹੋਣ। ਤੇ ਮੁੱਦਾ ਜਿਹੜਾ ਉਹ ਪੰਜਾਬੀ ਮਾਫ ਕਰਨਾ ਹਿੰਦੀ ਫਿਲਮਾਂ ਦੇ ਨਾਲ ਸੰਬੰਧਿਤ ਹੈ। ਪੰਜਾਬੀ ਫਿਲਮਾਂ ਜੋ ਚੰਨ ਚਾੜ ਰਹੀਆਂ ਉਹ ਸਾਨੂੰ ਪਤਾ ਹੀ ਹੈ। ਤੇ ਹਿੰਦੀ ਫਿਲਮਾਂ ਦਾ ਬਹੁਤ ਪੁਰਾਣਾ ਇਹ ਇੱਕ ਤੁਸੀਂ ਕਹਿ ਲਓ ਕਿ ਇਤਿਹਾਸ ਹੈ ਕਿ ਜਦੋਂ ਵੀ ਉਹਨਾਂ ਨੇ ਸਿੱਖ ਕਰੈਕਟਰ ਦਿਖਾਉਣਾ ਤਾਂ ਉਹਦੇ ਵਿੱਚ ਸਿੱਖ ਕਰੈਕਟਰ ਦਾ ਮਜ਼ਾਕ ਉਡਾਇਆ ਹੁੰਦਾ, ਖਿੱਲੀ ਉਡਾਈ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ। ਤੇ ਉਸ ਤੋਂ ਵੀ ਹੁਣ ਅੱਗੇ ਜਾ ਕੇ ਇਹਨਾਂ ਨੇ ਜਿਹੜੀ
ਕਰਤੂਤ ਕੀਤੀ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਕਿ ਹੋ ਕੀ ਰਿਹਾ। ਪਹਿਲਾਂ ਇਹ ਹੁੰਦਾ ਸੀ ਕਿ ਸਿੱਖ ਕਿਰਦਾਰ ਦਿਖਾਇਆ ਗਿਆ, ਉਹ ਇੱਕ ਜੋਕਰ ਟਾਈਪ ਆਇਆ ਜਾਂ ਉਹ ਮਜ਼ਾਕ ਦਾ ਪਾਤਰ ਹੈ ਜਾਂ ਕੋਈ ਬਹੁਤ ਵਧੀਆ ਉਹ ਜਿਹੜਾ ਹੈਗਾ ਪਾਤਰ ਆ ਉਹਦਾ ਮਤਲਬ ਕੋਈ ਵੱਡਾ ਰੋਲ ਨਹੀਂ ਹੁੰਦਾ ਫਿਲਮ ਦੇ ਵਿੱਚ, ਸਿਰਫ ਉਹ ਇੱਕ ਜੋਕਰ ਦੀ ਤਰ੍ਹਾਂ ਹੁੰਦਾ ਤੇ ਉਹ ਮਜ਼ਾਕ ਕਰਦਾ, ਲੋਕਾਂ ਨੂੰ ਹਸਾਉਂਦਾ ਹੈ ਜਾਂ ਬੇਹੁਦਾ ਟਿੱਪਣੀਆਂ ਕਰਦਾ। ਪਰ ਇਸ ਤੋਂ ਵੀ ਹੁਣ ਕੰਮ ਜਿਹੜਾ ਆ ਉਹ ਅੱਗੇ ਲੰਘ ਗਿਆ। ਤੁਸੀਂ ਜੇਕਰ ਦੇਖ ਰਹੇ ਹੋਵੋ, ਖਾਸ ਤੌਰ ਤੇ IPTV ਬਾਕਸ ਜਿਹੜੇ ਆਏ ਹੋਏ ਆ ਉਹਦੇ ਉੱਤੇ ਜਿਹੜੀ ਅੱਜ ਕੱਲ ਬਹੁਤ ਕੁਝ ਮਿਲ ਰਿਹਾ ਸਾਨੂੰ, ਅਵੇਲੇਬਲ ਆ, ਉਪਲਬਧ ਹੈ। ਤੇ ਜਦੋਂ ਤੁਸੀਂ ਕੋਈ ਫਿਲਮ ਦੇਖਦੇ ਹੋ, ਟੀਵੀ ਸੀਰੀਅਲ ਦੇਖਦੇ ਹੋ ਜਾਂ ਤੁਸੀਂ ਕੋਈ ਕਿਤੇ ਵੀ ਐਪੀਸੋਡ ਕੋਈ ਆਉਂਦਾ ਤੁਸੀਂ ਦੇਖਦੇ ਹੋ ਤੇ ਤੁਹਾਨੂੰ ਮਤਲਬ ਮਹਿਸੂਸ ਹੁੰਦਾ ਹੈ ਕਿ ਇਹ ਸਾਡੇ ਨਾਲ ਕੀ ਖਿਲਵਾੜ ਕਰ ਰਿਹਾ। ਪਤਾ ਨਹੀਂ ਇਹ ਸਾਜ਼ਿਸ਼ ਹੈ ਜਾਂ ਟ੍ਰੈਂਡ ਹੈ ਜਾਂ ਮੰਡੀ ਦੀ ਮੰਗ ਹੈ, ਪਤਾ ਨਹੀਂ ਕੀ ਹੈ। ਇਹ ਹੁਣ ਤੁਸੀਂ ਵੀ ਸਮਝਣਾ ਥੋੜਾ ਜਿਹਾ। ਮੈਂ ਇਹਨੂੰ ਲੇਬਲ ਨਹੀਂ ਲਾਉਂਦਾ, ਮੈਂ ਇਹਨੂੰ ਲੇਬਲ ਨਹੀਂ ਕਰਦਾ ਵੀ ਇਹ ਸਾਜ਼ਿਸ਼ ਹੈ। ਹੋ ਸਕਦਾ ਮੰਡੀ ਦੀ ਮੰਗ ਹੋਵੇ, ਕਿਉਂਕਿ ਜੋ ਵਿਕਦਾ ਹੈ ਉਹਦੇ ਤੇ ਹੀ ਤਕਰੀਬਨ ਫਿਲਮਾਂ ਬਣਦੀਆਂ ਰਹੀਆਂ ਹੁਣ ਤੱਕ। ਜਿੰਨੀਆਂ ਵੀ ਫਿਲਮਾਂ ਬਣੀਆਂ ਨੇ, ਤੁਹਾਨੂੰ ਪਤਾ ਜਿਹੜਾ ਟ੍ਰੈਂਡ ਚੱਲਦਾ ਉਹਦੇ ਉੱਤੇ ਫਿਲਮਾਂ ਬਣਦੀਆਂ। ਜੇ ਡਾਕੂਆਂ ਦੀ ਫਿਲਮ ਆ ਗਈਆਂ ਤਾਂ ਪੁਰਾਣੇ ਜ਼ਮਾਨੇ ਵਿੱਚ, ਅੱਜ ਤੋਂ 30 ਸਾਲ ਪਹਿਲਾਂ ਡਾਕੂਆਂ ਦੀਆਂ ਫਿਲਮਾਂ ਬਣਦੀਆਂ ਹੋਈਆਂ ਸੀ। ਤੇ ਜੇ ਗੈਂਗਸਟਰਾਂ ਤੇ ਆ ਗਈਆਂ, ਉਹ ਮੋਨਾ ਡਾਰਲਿੰਗ ਵਾਲੀ ਆ ਗਈ, ਅਜੀਤ ਵਾਲੀ, ਪਈ ਹੀਰੇ ਸਮਗਲ ਕਰਨੇ, ਤਾਂ ਹੀਰੇ ਸਮਗਲ ਕਰਨ ਦੇ ਉੱਤੇ ਕਾਫੀ ਸਾਰੀਆਂ ਫਿਲਮਾਂ ਬਣ ਗਈਆਂ। ਤੇ ਜੇਕਰ ਉਹ ਇੱਕ ਮਹਾਰਾਜਾ ਰਜਵਾੜਾ ਟਾਈਪ ਦੀਆਂ ਗੱਲਾਂ ਹੁੰਦੀਆਂ ਸੀਗੀਆਂ, ਧਰਮਿੰਦਰ ਤੇ ਜਤਿੰਦਰ ਦੀ ਫਿਲਮ ਸੀਗੀ, ਤੇ ਉਸ ਤੋਂ ਬਾਅਦ ਅਮਰ ਸ਼ਕਤੀ ਆ ਗਈ। ਸੋ ਬਹੁਤ ਕੁਝ ਜਿਹੜਾ ਹੈਗਾ, ਉਹ ਕਹਿਣ ਦਾ ਭਾਵ ਹੈ ਕਿ ਟ੍ਰੈਂਡ ਜਿਹੜਾ ਆ ਉਹ ਚੱਲਦਾ ਆ, ਉਹ ਫੋਲੋ ਕੀਤਾ ਜਾਂਦਾ ਹੈ। ਇਹਦੇ ਵਿੱਚ ਪਿਛਲੇ ਖਾਸ ਤੌਰ ਤੇ 2-2.5 ਦਹਾਕਿਆਂ ਤੋਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਮੈਂ ਮਹਿਸੂਸ ਕਰਦਾ। ਹੋ ਸਕਦਾ ਤੁਸੀਂ ਵੀ ਕਰਦੇ ਹੋ। ਦੂਸਰੀ ਗੱਲ ਇਹ ਆ ਕਿ ਹਿੰਦੀ ਫਿਲਮ ਇੰਡਸਟਰੀ ਵਾਲਿਆਂ ਨੂੰ ਪਤਾ ਹੈ ਕਿ ਜਦੋਂ ਕਿਸੇ ਵੀ ਫਿਲਮ ਦੇ ਵਿੱਚ ਸਿੱਖ ਕਿਰਦਾਰ ਦੇ ਉੱਤੇ ਕੰਟਰੋਵਰਸੀ ਹੁੰਦੀ ਹੈ ਤੇ ਉਸ ਜਦੋਂ ਕੰਟਰੋਵਰਸੀ ਹੁੰਦੀ ਹੈ ਨਾ, ਤਾਂ ਉਦੋਂ ਉਹ ਫਿਲਮ ਜ਼ਿਆਦਾ ਚੱਲਦੀ ਹੈ, ਲੋਕ ਜ਼ਿਆਦਾ ਦੇਖਦੇ ਆ। ਮੇਰੇ ਵਰਗੇ ਦੇਖਦੇ ਆ ਕਿ ਫਿਲਮ ਦੇ ਵਿੱਚ ਇਹੋ ਜਿਹਾ ਕੀ ਸੀਗਾ ਕਿ ਕੰਟਰੋਵਰਸੀ ਹੋਈ ਆ ਤੇ ਕਿਉਂ ਮਤਲਬ ਇਸ ਫਿਲਮ ਦੇ ਵਿੱਚ ਜਿਹੜਾ ਇਹ ਪੌੜਾ ਪਿਆ ਆ। ਲੋਕ ਦੇਖਦੇ ਆ, ਫਿਲਮ ਹਿੱਟ ਹੁੰਦੀ ਆ, ਤਾਂ ਮੈਨੂੰ ਲੱਗਦਾ ਕਿ ਇਹ ਇੱਕ ਸ਼ਗੂਫਾ ਬਣ ਗਿਆ ਕਿ ਜੇਕਰ ਤੁਸੀਂ ਫਿਲਮ ਹਿੱਟ ਕਰਨੀ ਆ, ਉਹਦੇ 'ਚ ਕੁਛ ਨਹੀਂਗਾ, ਤਾਂ ਉਹਦੇ 'ਚ ਇੱਕ ਪੰਜਾਬੀ ਫੈਮਿਲੀ ਦਿਖਾ ਦਿਓ। ਪੰਜਾਬੀ ਫੈਮਿਲੀ ਤੁਸੀਂ ਦਿਖਾਤੀ ਤਾਂ ਪਹਿਲੀ ਗੱਲ ਤਾਂ ਉਹ ਆ ਕਿ ਚਾਹੇ ਉਹ ਦਲਜੀਤ ਦੋਸਾਂਝ ਆ, ਕਿਸੇ ਹਿੰਦੀ ਫਿਲਮ 'ਚ ਆਇਆ, ਸਿਰ ਤੇ ਪੱਗ ਬੰਨੀ ਹੈ ਮੇਰੇ ਵਾਂਗੂ, ਦਾੜੀ ਕੱਟੀ ਆ, ਪਰ ਹੱਥ ਉੱਤੇ ਨਵਜੋਤ ਸਿੱਧੂ ਵਾਂਗੂ 25-26 ਆਪਣੀਆਂ ਜਿਹੜੀਆਂ ਤਵੀਤ ਤੇ ਹੋਰ ਧਾਗੇ ਮੌਲੀਆਂ ਬੰਨੀਆਂ ਹੋਈਆਂ। ਇਸ ਤਰ੍ਹਾਂ ਦਾ ਮਿਲਗੋਭਾ ਜਿਹੜਾ ਕਲਚਰ ਦਿਖਾਉਂਦੇ ਆ, ਉਹ ਉਸ ਨੂੰ ਉਹ ਕੈਸ਼ ਕਰਦੇ ਆ। ਸੋ ਕੁੱਲ ਮਿਲਾ ਕੇ ਉਹੀ ਗੱਲ ਜਿਹੜੀ ਚੱਲਦੀ ਆ ਵੀ ਸਿੱਖਾਂ ਨੂੰ ਸਿੱਖ ਨਾ ਦਿਖਾ ਕੇ ਜੋਕਰ ਦਿਖਾਓ ਜਾਂ ਇਹਨਾਂ ਨੂੰ ਰਲਗੜ ਜਾਂ ਇਹਨਾਂ ਦਾ ਕਲਚਰ ਜਿਹੜਾ ਕਰ ਦਿਓ। ਖੈਰ, ਜਿਹੜੀ ਮੈਂ ਗੱਲ ਥੋੜਾ ਕਰਨ ਜਾ ਰਿਹਾ ਹਾਂ, ਅਸਲ 'ਚ ਮੈਂ ਸ਼ੁਰੂ ਕਰਨ ਲੱਗਾ ਗੱਲ ਉਹ ਇਹ ਹੈ ਕਿ ਅੱਜ ਕੱਲ ਬਹੁਤ ਕੁਝ ਸਿਨੇਮਾ ਤੋਂ ਇਲਾਵਾ ਬੜਾ ਕੁਝ ਆ ਗਿਆ। ਬੜਾ ਕੁਝ ਤੋਂ ਭਾਵ ਕਿ ਤੁਸੀਂ ਜਿਹੜਾ ਜਿਹੜੀਆਂ ਐਪਲੀਕੇਸ਼ਨਸ ਆਈਆਂ ਨੇ ਫੋਨ ਦੇ ਉੱਤੇ ਆ, ਚਾਹੇ ਉਹ ਟੀਵੀ ਦੇ ਉੱਤੇ ਆ, ਕਿਤੇ ਵੀ ਆ, ਤੁਸੀਂ ਉਹਦੇ ਉੱਤੇ ਫੋਨ ਦੇ ਉੱਤੇ ਜਾ ਕੇ ਐਪਲੀਕੇਸ਼ਨਸ ਪਾਉਂਦੇ ਹੋ ਤੇ ਬੜਾ ਕੁਝ ਹੈ ਜਿਹੜਾ ਤੁਸੀਂ ਦੁਨੀਆ ਭਰ ਦਾ ਉਹ ਵੇਖ ਸਕਦੇ ਹੋ। ਟੀਵੀ ਨਹੀਂ ਰਹਿ ਗਿਆ ਵੀ ਇਹ ਤੇ ਹੁਣ 26 ਚੈਨਲ ਚੱਲਦੇ ਆ, ਕਿ ਇਹਦੇ ਉੱਤੇ 40 ਚੈਨਲ ਚੱਲਦੇ ਆ, ਕਿ 80 ਚੈਨਲ ਚੱਲਦੇ ਆ। ਟੀਵੀ ਦੇ ਉੱਤੇ ਹੁਣ ਘੱਟੋ ਘੱਟ 5-7 ਚੈਨਲ ਚੱਲਦਾ। ਦੁਨੀਆ ਦੇ ਹਰੇਕ ਚੈਨਲ ਜਿਹੜਾ ਉਹ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਸੋ ਜਦੋਂ IPTV ਦੇ ਉੱਤੇ ਹਰੇਕ ਚੈਨਲ ਦੀ ਇਨਫੋਰਮੇਸ਼ਨ ਆਉਂਦੀ ਆ, ਫਿਲਮ ਆਉਂਦੀ ਆ, ਕੋਈ ਸੀਰੀਅਲ ਆਉਂਦਾ ਕਿਸੇ ਵੀ ਚੈਨਲ ਦਾ, ਤਾਂ ਉਹਦੇ ਵਿੱਚ ਵੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਉਹਦੇ ਵਿੱਚ ਉਹ ਜਦੋਂ ਪੰਜਾਬ ਦੀ ਗੱਲ ਕਰਦੇ ਆ ਜਾਂ ਪੰਜਾਬੀ ਕਰੈਕਟਰ ਵਿਖਾਉਂਦੇ ਆ, ਪੰਜਾਬੀ ਫੈਮਿਲੀ ਵਿਖਾਉਂਦੇ ਆ, ਤਾਂ ਉਹਦੇ ਵਿੱਚ ਦਿਖਾ ਕੀ ਰਹੇ ਆ। ਜਿਹਦੇ ਤੇ ਮੈਨੂੰ ਆਬਜੈਕਸ਼ਨ ਹੋਇਆ ਉਹ ਇਹ ਹੈ ਕਿ ਸਾਡੀਆਂ ਮਾਵਾਂ ਹੀ ਨਹੀਂ, ਸਾਡੀਆਂ ਭੈਣਾਂ ਹੀ ਨਹੀਂ, ਸਾਡੀਆਂ ਦਾਦੀਆਂ ਤੱਕ ਨੂੰ ਉਹਨਾਂ ਨੇ ਸ਼ਰਾਬ ਪੀਣ ਵਾਲੀਆਂ
ਸਿੱਧ ਕਰ ਦਿੱਤਾ। ਇੱਕ ਫਿਲਮ ਆਈ ਆ, ਮੈਂ ਉਹ ਤੋਂ ਸ਼ੁਰੂ ਕਰਦਾ ਗੱਲ। ਇੱਕ ਫਿਲਮ ਆਈ ਆ ਗ੍ਰੈਂਡ ਸਨ ਆਫ ਸਰਦਾਰ, ਤੇ ਉਹਦਾ ਨਾਲ ਹਿੰਦੀ ਵਿੱਚ ਵੀ ਲਿਖਿਆ ਹੋਇਆ ਕਿ ਸਰਦਾਰ ਕਾ ਗ੍ਰੈਂਡ ਸਨ, ਕਿਉਂਕਿ ਪਹਿਲੇ ਸਨ ਆਫ ਸਰਦਾਰ ਆਈ ਸੀ, ਹੁਣ ਇਹ ਆ ਗ੍ਰੈਂਡ ਸਨ ਆਫ